ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਪਪਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲ ਯੁਗ ਮੈਂ ਪਾਇਆ। ਫਿਰਿਆ ਅਵਸਰ ਚਰੈ ਨ ਹੱਥਾ, ਨਾਮ ਜਪੈ ਤੋ ਕਟਿਐ ਫਸਾ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਵਖਾਣੈ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਸੁਕਉ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੈ। ਰਾਜੇ ਇੰਦਰ ਸਮਸਰ ਗ੍ਰਹਿ ਆਸਣ, ਬਿਨ ਹਰ ਭਗਤ ਕਹੋ ਕਿਹ ਲੇਖੇ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨਰਸ ਬਿਸਰ ਜਾਹੀ। ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਿਵੇਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਧਾਨ ਸ਼ਬਦਾ ਅਵਤਾਰ, ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਮਹਾਨ ਸਤਸੰਗਤ ਦੇ ਇਹ ਸ਼ੁਭ ਸਮੇਂ ਸਾਨੂੰ ਬਖਸ਼ਿਸ਼ ਕੀਤੇ ਨੇ, ਜੋ ਆਪ ਸੰਗਤਾਂ ਗੁਰੂ ਕੀ ਬਾਣੀ ਪੜ੍ਹਦਿਆਂ ਹੋਇਆਂ ਸੁਣਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਆਪਣੇ ਇੱਕ ਇੱਕ ਸਵਾਸ ਨੂੰ ਗੁਰੂ ਯਾਦ ਵਿੱਚ ਲਾ ਕੇ ਸ਼ਬਦ ਵਿੱਚ ਜੋੜ ਕੇ ਸਫਲਾ ਬਣਾਇਆ ਹੈ। ਸਤਿਗੁਰੂ ਕਿਰਪਾ ਕਰ ਰਹੇ ਨੇ, ਜੋ ਐਸੀਆਂ ਸੁਭਾਗ ਭਰੀਆਂ ਜੋ ਘੜੀਆਂ ਹਨ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਇਹਨਾਂ ਘੜੀਆਂ ਦੇ ਅੰਦਰ, ਸਮੇਂ ਦੇ ਅੰਦਰ ਇਸ ਵੇਲੇ ਆਪਾਂ ਗੁਰੂ ਕੀ ਬਾਣੀ ਦੀ ਜੋ ਕਥਾ ਹੈ, ਵੱਡਿਆਂ ਕਰਮਾਂ ਦੇ ਨਾਲ ਇਹ ਸੱਚਖੰਡ ਦਰਗਾਹ ਦੀ ਸਾਨੂੰ ਪ੍ਰਾਪਤੀ ਹੋ ਰਹੀ ਹੈ।
ਐਸਾ ਇਹ ਸੁਭਾਗਾ ਸਮਾਂ ਮਹਾਰਾਜ ਸਾਨੂੰ ਬਖਸ਼ਿਸ਼ ਕਰਨ ਜਾ ਰਹੇ ਨੇ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਭਗਤ ਜਨ ਗੁਰਮੁਖ ਪਰਮਾਤਮਾ ਦੀ ਪ੍ਰਾਪਤੀ ਵਾਲੇ, ਪਰਮਾਤਮਾ ਦਾ ਰੂਪ ਹੋ ਗਏ, ਜੋ ਜੀਵਨ ਦੀ ਕਮਾਈ ਕਰਕੇ ਐਸੇ ਭਗਤਾਂ ਦੇ ਮੁਖੋਂ ਮਹਾਰਾਜ ਜੀ ਸਾਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ। ਮਨ ਦੇ ਧਿਆਨ ਨੂੰ ਟਿਕਾ ਕੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਲੱਭ ਜਨਮ ਪੁੰਨ ਫਲ ਪਾਇਓ। ਭਗਤ ਰਵਿਦਾਸ ਜੀਆਂ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਅੱਜ ਦਾ ਇਹ ਸ਼ਬਦ ਮਹਾਰਾਜ ਜੀਆਂ ਨੇ ਸਾਨੂੰ 658 ਅੰਗ ਦੇ ਉੱਪਰ ਇਹ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਔਰ ਭਗਤ ਰਵਿਦਾਸ ਜੀਆਂ ਦਾ ਇਹ ਸ਼ਬਦ ਆਪਾਂ ਸਰਵਣ ਕਰਨ ਜਾ ਰਹੇ ਹਾਂ। ਸੋ ਭਗਤ ਜੀ ਇਹਨਾਂ ਬਚਨਾਂ ਦੇ ਵਿੱਚ ਸਾਡੇ ਉੱਪਰ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਇਹ ਜਿਹੜਾ ਮਨੁੱਖਾ ਜਨਮ ਭਾਈ ਤੈਨੂੰ ਪ੍ਰਾਪਤ ਹੋਇਆ ਨਾ ਗੁਰਮੁਖਾ, ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ। ਮਹਾਰਾਜ ਨੇ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ। ਕਹਿਣ ਲੱਗੇ ਕਬੀਰ ਮਾਨਸ ਜਨਮ ਦੁਰਲੱਭ ਹੈ। ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ। ਦੁਰਲੱਭ ਵਸਤੂ ਉਹ ਹੈ ਜਿਹੜੀ ਲੱਭਿਆ ਵੀ ਲੱਭੇ ਨਾ। ਤੁਸੀਂ ਗਲੀ ਚਲੇ ਜਾਓ, ਮੁਹੱਲੇ ਚਲੇ ਜਾਓ, ਡਾਕਟਰ ਕੋਲ ਚਲੇ ਜਾਓ, ਵੈਦ ਹਕੀਮ ਕੋਲ ਚਲੇ ਜਾਈਏ, ਧਨ ਜਿੰਨਾ ਮਰਜ਼ੀ ਕੋਲ ਹੈ, ਪਰ ਇਹ ਸਰੀਰ ਖਰੀਦਿਆ ਨਹੀਂ ਜਾਣਾ, ਇਹ ਜਨਮ ਨਹੀਂ ਖਰੀਦਿਆ ਜਾਣਾ। ਜਿਹੜੀ ਵਸਤੂ ਖਰੀਦੀ ਨਾ ਜਾਵੇ ਉਸ ਨੂੰ ਆਖਿਆ ਜਾਂਦਾ ਦੁਰਲੱਭ, ਜਿਹੜੇ ਕਿਤਿਓਂ ਵੀ ਲੱਭੇ ਨਾ। ਪਰ ਇਹ ਮਨੁੱਖਾ ਜਨਮ ਤੈਨੂੰ ਬਿਲਕੁਲ ਫਰੀ ਮਿਲਿਆ। ਇਹਦੇ ਵਾਸਤੇ ਤੂੰ ਕੀ ਕੀਮਤ ਚੁਕਾਈ ਹੈ? ਨਾ ਮਾਂ ਬਾਪ ਨੂੰ ਪੈਸਾ ਦਿੱਤਾ, ਨਾ ਰਾਜੇ ਰਜਵਾੜੇ ਨੂੰ, ਨਾ ਸਮੇਂ ਦੀ ਸਰਕਾਰ ਨੂੰ। ਇਹ ਫਰੀ ਜਨਮ ਪਰਮਾਤਮਾ ਨੇ ਤੈਨੂੰ ਇਹ ਬਖਸ਼ਿਸ਼ ਕਰ ਦਿੱਤਾ। ਕਬੀਰ ਮਾਨਸ ਜਨਮ ਦੁਰਲੱਭ ਹੈ। ਇਹ ਮਨੁੱਖਾ ਜਨਮ ਗੁਰਮੁਖਾ ਬੜਾ ਦੁਰਲੱਭ ਹੈ। ਹੋਏ ਨਾ ਬਾਰੈ ਬਾਰ। ਕਈਆਂ ਧਰਮਾਂ ਦਾ ਜਾਂ ਕਈ ਧਾਰਮਿਕ ਗ੍ਰੰਥਾਂ ਦਾ ਇਹ ਕਥਨ ਹੈ ਵੀ ਬੰਦਾ ਮਰ ਕੇ ਦੁਬਾਰਾ ਫਿਰ ਬੰਦਾ ਬਣ ਜਾਂਦਾ ਹੈ, ਇਸਤਰੀ ਮਰ ਕੇ ਦੁਬਾਰਾ ਫਿਰ ਇਸਤਰੀ ਬਣ ਜਾਂਦੀ ਹੈ, ਪਸ਼ੂ ਮਰ ਕੇ ਦੁਬਾਰਾ ਫਿਰ ਪਸ਼ੂ ਦੇ ਜਨਮ ਜੂਨੀ ਵਿੱਚ ਆ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਇਹ ਬਚਨ ਕਰਦੀ ਹੈ ਹੋਏ ਨਾ ਬਾਰੈ ਬਾਰ। ਇਹ ਜਨਮ ਦੁਬਾਰਾ ਨਹੀਂ ਮਿਲਣਾ, ਕਿਉਂਕਿ ਤੇਰੇ ਹੱਥ ਵਿੱਚ ਨਹੀਂ ਨਾ ਹੈਗਾ ਇਹ। ਜੇ ਤੇਰੇ ਆਪਣੇ ਨਿੱਜੀ ਹੱਥ ਵਿੱਚ ਹੋਵੇ ਤੇ ਤੂੰ ਵਾਰ-ਵਾਰ ਮਨੁੱਖਾ ਜਨਮ ਹੀ ਚਾਹਵੇਂਗਾ, ਪਰ ਨਹੀਂ, ਇਹ ਵਾਰ-ਵਾਰ ਨਹੀਂ ਮਿਲਣਾ। ਹੋਏ ਨਾ ਬਾਰੈ ਬਾਰ ਜਿਉਂ ਬਨ ਫਲ ਪਾਕੈ ਭੋਏ ਗਿਰਹਿ। ਭਗਤ ਜੀਆਂ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਬਾਗ ਦੇ ਵਿੱਚ ਗੁਰਮੁਖੋ ਫਲ ਲੱਗੇ ਨਾ ਰੁੱਖਾਂ ਨੂੰ, ਅੰਬ ਦੇ ਬੂਟੇ ਨੂੰ ਸੋਹਣੇ ਅੰਬ ਲੱਗੇ ਨੇ, ਸਿਓ ਦੇ ਬੂਟੇ ਨੂੰ ਸੋਹਣੇ ਸੇਬ ਲੱਗੇ ਹੋਏ, ਅਨਾਰ ਦੇ ਬੂਟੇ ਨੂੰ ਸੋਹਣੇ ਅਨਾਰ ਲੱਗੇ ਹੋਏ ਨੇ। ਪਰ ਇੱਕ ਵਾਰੀ ਡਾਲੀ ਦੇ ਨਾਲੋਂ ਜੇ ਫਲ ਟੁੱਟ ਕੇ ਧਰਤੀ 'ਤੇ ਡਿੱਗ ਪਿਆ ਨਾ, ਤੇ ਫਿਰ ਭਾਵੇਂ ਬੂਟਾ ਲਾਉਣ ਵਾਲਾ ਮਾਲੀ ਹੈ ਤੇ ਭਾਵੇਂ ਕਿਸਾਨ ਹੈ ਰਾਖੀ ਕਰਨ ਵਾਲਾ, ਜਿੰਨਾ ਮਰਜ਼ੀ ਯਤਨ ਕਰ ਲਵੇ, ਟੁੱਟਿਆ ਹੋਇਆ ਫਲ ਦੁਬਾਰਾ ਡਾਲੀ ਦੇ ਨਾਲ ਜੁੜਨਾ ਨਹੀਂ, ਦੁਬਾਰਾ ਨਹੀਂ ਜੁੜੇਗਾ। ਭਾਵੇਂ ਕਿ ਉਹ ਬੂਟਾ ਮਾਲੀ ਨਹੀਂ ਲਾਇਆ, ਕਿਸਾਨ ਨੇ ਲਾਇਆ, ਪਾਲਿਆ, ਪਾਣੀ ਦਿੱਤਾ, ਉਹਦੀ ਰਾਖੀ ਕੀਤੀ ਹੈ, ਸਭ ਕੁਝ ਕੀਤਾ ਹੈ, ਪਰ ਉਹ ਸਭ ਕੁਝ ਕਰਨ ਵਾਲੇ ਕੋਲ ਇਹ ਤਾਕਤ ਨਹੀਂ ਹੈ ਵੀ ਟੁੱਟੇ ਹੋਏ ਫਲ ਨੂੰ ਦੁਬਾਰਾ ਫਿਰ ਟਾਹਣੀ ਨਾਲ ਜੋੜ ਸਕੇ। ਜਿਉਂ ਬਨ ਫਲ ਪਾਕੇ ਭੋਏ ਗਿਰਹਿ। ਪੱਕਾ ਹੋਇਆ ਫਲ ਭੋਏ ਗਿਰਹਿ, ਧਰਤੀ 'ਤੇ ਪਿਆ ਡਿੱਗ, ਤੇ ਮਹਾਰਾਜ ਕਹਿਣ ਲੱਗੇ ਫਿਰ ਉਹ ਦੁਬਾਰਾ ਨਹੀਂ ਉਹ ਜੁੜਨਾ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਹੈ। ਇੱਕ ਵਾਰੀ ਹੱਥੋਂ ਨਿਕਲ ਗਿਆ ਨਾ ਤੇਰੇ ਮਨੁੱਖਾ ਜਨਮ, ਉਮਰਾਂ ਨਿਕਲ ਗਈ ਤੇ ਮੌਤ ਦਾ ਸੰਦੇਸ਼ ਆ ਗਿਆ, ਜਾਮ ਆ ਗਿਆ ਲੈਣ ਵਾਸਤੇ, ਤੇ ਫਿਰ ਦੁਬਾਰਾ ਤੇਰੇ ਹੱਥ ਵਿੱਚ ਜ਼ਿੰਦਗੀ ਨਹੀਂ ਰਹਿ ਜਾਣੀ। ਤੂੰ ਆਪਣੀ ਮਰਜ਼ੀ ਨਾਲ ਇਹ ਨਹੀਂ ਕਹਿ ਸਕਦਾ ਵੀ 1 ਸਾਲ ਦਾ ਸਮਾਂ ਹੋਰ ਦੇ ਦਿਓ, 5 ਸਾਲ ਦਾ ਸਮਾਂ ਹੋਰ ਮਿਲ ਜਾਵੇ। ਤੂੰ ਇਹ ਨਹੀਂ ਕਹਿ ਸਕਦਾ ਵੀ ਦੁਬਾਰਾ ਫਿਰ ਮੈਨੂੰ ਮਨੁੱਖਾ ਜਨਮ ਦਿਓ। ਨਹੀਂ, ਇਹ ਤੇਰੇ ਹੱਥ ਵਿੱਚ ਨਹੀਂ ਹੈ, ਇਹ ਤੇਰੀ ਖੁਦ ਮੁਖਤਿਆਰੀ ਵਿੱਚ ਨਹੀਂ ਹੈ। ਮਾਲੀ ਨੇ ਬੂਟਾ ਲਾਇਆ ਜ਼ਰੂਰ ਹੈ, ਪਾਣੀ ਦਿੱਤਾ ਜ਼ਰੂਰ ਹੈ, ਰਾਖੀ ਕੀਤੀ ਜ਼ਰੂਰ ਹੈ, ਪਰ ਟੁੱਟਿਆ ਫਲ ਧਰਤੀ 'ਤੇ ਡਿੱਗਿਆ, ਦੁਬਾਰਾ ਲਾਉਣ ਦੀ ਤਾਕਤ ਉਹਦੇ ਕੋਲ ਨਹੀਂ ਹੈ।
ਇਸੇ ਤਰ੍ਹਾਂ ਮਨੁੱਖਾ ਜਨਮ ਤੈਨੂੰ ਮਿਲ ਗਿਆ ਗੁਰਮੁਖਾ। ਜਪ ਨਹੀਂ ਕਰਦਾ, ਤਪ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਪੁੰਨ ਕਰਮ ਨਹੀਂ ਕਰਦਾ। ਜਦੋਂ ਇਹ ਮਨੁੱਖਾ ਜਨਮ ਹੱਥੋਂ ਨਿਕਲਿਆ ਦੁਬਾਰਾ ਤੇਰੇ ਹੱਥ ਆਉਣਾ ਹੀ ਨਹੀਂ ਹੈ, ਕਿਉਂਕਿ ਤੇਰੇ ਕੋਲ ਉਹ ਸਮਰੱਥਾ, ਉਹ ਤਾਕਤ ਪਰਮਾਤਮਾ ਨੇ ਦਿੱਤੀ ਨਹੀਂ ਹੈ। ਜਿਉਂ ਬਨ ਫਲ ਪਾਕੇ ਭੋਏ ਗਿਰਹਿ ਬਹੁਰ ਨਾ ਲਾਗੈ ਡਾਲ, ਡਾਲੀ ਦੇ ਨਾਲ ਫਿਰ ਨਹੀਂ ਲੱਗਣਗੇ। ਮਹਾਰਾਜ ਕਹਿਣ ਲੱਗੇ ਦੁਰਲੱਭ ਜਨਮ ਹੈ ਮਨੁੱਖਾ ਜਨਮ, ਜਿਹੜਾ ਕਿਤਿਓਂ ਪ੍ਰਾਪਤ ਨਹੀਂ ਹੁੰਦਾ, ਜਿਹੜਾ ਕਿਤਿਓਂ ਪ੍ਰਾਪਤ ਹੋ ਹੀ ਨਹੀਂ ਸਕਦਾ, ਐਸਾ ਇਹ ਮਨੁੱਖਾ ਜਨਮ ਹੈ। ਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਦੁਰਲੱਭ ਜਨਮ ਪੁੰਨ ਫਲ ਪਾਇਓ। ਇਹ ਸਾਨੂੰ ਮਿਲਿਆ ਕਿਵੇਂ ਆ ਦੁਰਲੱਭ ਜਨਮ? ਪਿਛਲੇ ਜਨਮਾਂ ਵਿੱਚ ਅਸੀਂ ਕੀਤੇ ਹੋਣਗੇ ਪੁੰਨ, ਦਾਨ, ਪੂਜਾ, ਕੋਈ ਚੰਗਾ ਕਰਮ ਕਰ ਲਿਆ, ਉਹ ਚੰਗੇ ਕਰਮ ਦੇ ਬਦਲੇ ਇਹ ਸਾਨੂੰ ਮਨੁੱਖਾ ਜਨਮ ਮਿਲਿਆ। ਕੋਈ ਚੰਗਾ ਕਰਮ, ਕੋਈ ਦਾਨ ਕੀਤਾ, ਕੋਈ ਪੁੰਨ ਕੀਤਾ ਤੇ ਮਨੁੱਖਾ ਜਨਮ। ਕਹਿਣ ਲੱਗੇ ਰਾਜੇ ਅਕਬਰ ਨੇ ਇੱਕ ਵਾਰੀ ਕਿਸੇ ਜੋਤਸ਼ੀ ਨੂੰ ਬੁਲਾ ਕੇ ਪੁੱਛ ਲਿਆ। ਕਹਿਣ ਲੱਗਾ ਜੋਤਸ਼ੀ ਸਾਹਿਬ ਮੈਨੂੰ ਇਹ ਦੱਸੋ ਵੀ ਮੈਨੂੰ ਇਹ ਮਨੁੱਖਾ ਜਨਮ ਮਿਲਿਆ ਔਰ ਮੈਂ ਐਡਾ ਵੱਡਾ ਰਾਜਾ, 4 ਚੁਫੇਰੇ ਮੇਰਾ ਹੁਕਮ ਮੰਨਿਆ ਜਾਂਦਾ, ਮੇਰੀ ਗੱਲ ਮੰਨੀ ਜਾਂਦੀ ਹੈ, ਇਹ ਜਿਹੜਾ ਰਾਜ ਭਾਗ ਮੈਨੂੰ ਮਿਲਿਆ, ਸੁੱਖ ਮਿਲਿਆ, ਇਹ ਮੇਰੇ ਕਿਹੜੇ ਕਰਮ ਦਾ ਮੈਨੂੰ ਸੁੱਖ ਮਿਲਿਆ, ਕਿਰਪਾ ਕਰਕੇ ਦੱਸੋ। ਤੇ ਕਹਿਣ ਲੱਗੇ ਜੋਤਸ਼ੀ ਜਿਹੜਾ ਉਹਨੇ ਵਿਚਾਰ ਕੇ ਚੰਗੀ ਤਰ੍ਹਾਂ ਟੇਵਾ ਲਾ ਕੇ ਗ੍ਰੰਥਾਂ ਨੂੰ ਪੜ੍ਹ ਕੇ ਤੇ ਉਹਨੇ ਦੱਸਿਆ। ਕਹਿਣ ਲੱਗਾ ਵੀ ਰਾਜਨ ਗੱਲ ਇਹ ਆ ਵੀ ਪਿਛਲੇ ਜਨਮ ਦੇ ਵਿੱਚ ਤੂੰ ਇੱਕ ਘਾਈ ਹੈ, ਘਾਹ ਖੋਤਣ ਵਾਲਾ, ਘਾਹ ਵੱਢਣ ਵਾਲਾ, ਘਾਹ ਵੱਢ ਕੇ ਵੇਚਿਆ ਕਰਦਾ ਤੇ ਪਸ਼ੂਆਂ ਦੇ ਘਾਹ ਦੇ ਵਿੱਚੋਂ ਤੇਰਾ ਗੁਜ਼ਾਰਾ ਹੁੰਦਾ। ਇੱਕ ਦਿਨ ਤੂੰ ਕਿਤੇ ਜਾ ਰਿਹਾ ਕੰਮ ਘਾਹ ਲੈਣ ਵਾਸਤੇ ਤੇ ਤੇਰੇ ਕੋਲ ਕੋਈ ਮੰਗਤਾ ਆ ਗਿਆ, ਲੋੜਵੰਦ ਮੰਗਣ ਵਾਲਾ, ਤੇ ਉਹਨੇ ਤੇਰੇ ਕੋਲੋਂ ਖੈਰ ਮੰਗੀ, ਖੈਰਾਤ ਮੰਗੀ, ਤੇ ਜੋ ਤੇਰੀ ਜੇਬ ਦੇ ਵਿੱਚ ਸੀ ਨਾ ਟਕਾ, ਆਨਾ, ਰੁਪਈਆ, ਤੂੰ ਉਹ ਵੀ ਉਹਨੂੰ ਦੇ ਦਿੱਤਾ। ਤੇ ਜਦੋਂ ਮੰਗਤੇ ਨੇ ਆਖਿਆ ਨਾ ਵੀ ਹੋਰ ਦੇ, ਕੁਝ ਹੈ ਕੋਲ, ਤੇ ਤੇਰੇ ਕੋਲ ਹੋਰ ਤੇ ਕੁਝ ਨਹੀਂ, ਉਹ ਪੱਲੀ ਤੇ ਉਹ ਦਾਤਰੀ ਜਿਸ ਦਾਤੀ ਦੇ ਨਾਲ ਘਾਹ ਵੱਢਣਾ ਤੇ ਜਿਸ ਪੱਲੀ ਵਿੱਚ ਬੰਨ੍ਹ ਕੇ ਲਿਆਉਣਾ ਤਰਪੈਲ ਦੇ ਵਿੱਚ, ਤੂੰ ਇਹ ਦੋਵੇਂ ਚੀਜ਼ਾਂ ਉਹਨੂੰ ਹੀ ਦੇ ਦਿੱਤੀਆਂ ਵੀ ਲੈ ਆ ਤੂੰ ਲੈ ਲਾ, ਤੂੰ ਵੀ ਇਸ ਤਰ੍ਹਾਂ ਘਾਹ ਵੱਢ ਕੇ ਤੇ ਵੇਚ ਲਿਆ ਕਰ, ਤੇਰਾ ਗੁਜ਼ਾਰਾ ਹੋਵੇਗਾ, ਤੇਰਾ ਸਮਾਂ ਲੰਘ ਜਾਏਗਾ। ਜਦੋਂ ਤੂੰ ਆਪਣੀ ਜੇਬ ਦੇ ਵਿੱਚੋਂ ਕੁਝ ਟਕੇ ਉਹਨੂੰ ਦਾਨ ਕੀਤੇ ਤੇ ਆਪਣੇ ਕੋਲੋਂ ਉਹ ਦਾਤੀ ਤੇ ਉਹ ਤਰਪੈਲ ਵਗੈਰਾ ਦੇ ਦਿੱਤੀ, ਤੇ ਉਸ ਮੰਗਤੇ ਨੇ, ਗਰੀਬ ਨੇ ਖੁਸ਼ ਹੋ ਕੇ ਤੈਨੂੰ ਅਸੀਸ ਦਿੱਤੀ ਵੀ ਤੇਰਾ ਭਲਾ ਹੋਵੇ, ਤੂੰ ਮੈਨੂੰ ਦਾਨ ਦਿੱਤਾ, ਇਹ ਦਾਨ ਤੈਨੂੰ ਬਹੁਤਾ ਵਧੇ ਫੁੱਲੇ ਤੇ ਤੂੰ ਸੁੱਖ ਲਵੇਂ, ਤੇ ਉਹ ਕਰਮ ਦਾ ਫਲ ਤੈਨੂੰ ਇਹ ਮਿਲਿਆ ਵੀ ਤੂੰ ਰਾਜਾ ਬਣ ਕੇ ਅੱਜ ਸੁੱਖ ਭੋਗਦਾ ਪਿਆ। ਬਚਨ ਇਹ ਹੈ, ਭਾਵ ਇਹ ਹੈ ਕਿ ਇਹ ਮਨੁੱਖਾ ਜਨਮ ਜਿਹੜਾ ਨਾ ਪਿਛਲੇ ਕੋਈ ਅਸੀਂ ਕਰਮ ਕੀਤੇ, ਕੋਈ ਚੰਗਾ ਕਰਮ ਕੀਤਾ, ਪੁੰਨ ਦਾ, ਦਾਨ ਦਾ, ਕੋਈ ਪੂਜਾ ਦਾ, ਕੋਈ ਭਲੇ ਦਾ, ਕੋਈ ਪਰਉਪਕਾਰ ਦਾ, ਉਹਦੇ ਵਿੱਚੋਂ ਸਾਨੂੰ ਅਸੀਸ ਮਿਲੀ ਹੈ ਤੇ ਉਹ ਅਸੀਸ ਦੇ ਨਾਲ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਦੁਰਲੱਭ ਜਨਮ ਪੁੰਨ ਫਲ ਪਾਇਓ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮਹਾਵਾਕ ਹੈ ਵੀ ਕੋਈ ਚੰਗਾ ਪੁੰਨ ਕਰਮ ਕਰਕੇ ਪਿਛਲੇ ਜਨਮ ਦੇ ਵਿੱਚ ਤੇ ਤੂੰ ਇਸ ਮਨੁੱਖਾ ਜਨਮ ਦੇ ਵਿੱਚ ਆਇਆ, ਇਹ ਦੁਰਲੱਭ ਸਰੀਰ ਤੈਨੂੰ ਮਿਲਿਆ ਹੈ ਜਿਹੜਾ ਹੋਰ ਕਿਸੇ ਤਰੀਕੇ ਨਾਲ ਮਿਲ ਨਹੀਂ ਸਕਦਾ ਹੈ। ਬਿਰਥਾ ਜਾਤ ਅਬ ਬੇਕੋ, ਪਰ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਇਹ ਜਿਹੜਾ ਮਨੁੱਖਾ ਜਨਮ ਹੈ ਨਾ ਤੇਰਾ, ਇਹ ਅਵਿਵੇਕ ਤੋਂ ਪਾ, ਚੰਗੀ ਵਿਚਾਰ ਤੋਂ ਬਿਨਾਂ, ਚੰਗੇ ਗਿਆਨ ਤੋਂ ਬਿਨਾਂ, ਚੰਗੀ ਸਮਝ ਤੋਂ ਬਿਨਾਂ ਗੁਰਮੁਖਾ ਇਹ ਤੇਰਾ ਜਨਮ ਵਿਅਰਥ ਤੁਰਿਆ ਜਾ ਰਿਹਾ, ਨਿਸਫਲ ਤੁਰਿਆ ਜਾ ਰਿਹਾ। ਵੇਖੋ ਮਿਲਿਆ ਤੇ ਹੈ ਚੰਗਾ ਕਰਮ ਕਰਕੇ, ਤੇ ਮਿਲਿਆ ਹੈ ਚੰਗੇ ਕਰਮ ਕਰਨ ਵਾਸਤੇ। ਹੁਣ ਚੰਗਾ ਕਰਮ ਕਰਕੇ ਜਨਮ ਤੇ ਲੈ ਲਿਆ, ਪਰ ਜਨਮ ਲੈ ਕੇ ਉਹ ਕੰਮ ਹੀ ਨਹੀਂ ਕੀਤਾ ਜਿਹਦੇ ਵਾਸਤੇ ਮਿਲਿਆ, ਤੇ ਫਿਰ ਵਿਅਰਥ ਹੀ ਚਲਾ ਗਿਆ ਨਾ, ਫਿਰ ਕੰਮ ਤੇ ਨਾ ਆਇਆ। ਮਹਾਰਾਜ ਕਹਿਣ ਲੱਗੇ ਬਿਨਾਂ ਵਿਚਾਰ ਤੋਂ, ਬਿਨਾਂ ਸੋਚੇ ਸਮਝੇ ਤੋਂ, ਬਿਨਾਂ ਰੱਬ ਦੀ ਬੰਦਗੀ ਕੀਤੇ ਤੋਂ ਬਿਨਾਂ ਉਹ ਬੰਦਿਆ ਤੇਰਾ ਜਨਮ ਬਿਰਥਾ ਜਾ ਰਿਹਾ, ਵਿਅਰਥ ਜਾ ਰਿਹਾ, ਕੰਮ ਨਹੀਂ ਉਹ ਕੋਈ ਆ ਰਿਹਾ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ 84 ਲੱਖ ਜੂਨ ਵਿੱਚ 84 ਲੱਖ ਜੂਨਾਂ ਪਰਮਾਤਮਾ ਨੇ ਪੈਦਾ ਕੀਤੀਆਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵੀ ਇਹ ਬਚਨ ਕਰਦੀ ਹੈ, ਔਰ ਗੁਰੂ ਘਰ ਦੇ ਜਿਹੜੇ ਵੇਦ ਵਿਆਸ ਨੇ, ਭਾਈ ਗੁਰਦਾਸ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਉਹ ਆਪਣੀਆਂ ਵਾਰਾਂ ਦੇ ਵਿੱਚ ਵੀ ਇਹ ਬਚਨ ਕਰਦੇ, ਕਹਿਣ ਲੱਗੇ ਭਾਈ 84 ਲੱਖ ਜੂਨਾਂ ਇਹ ਪਰਮਾਤਮਾ ਨੇ ਬਣਾਈਆਂ।
ਪਰ ਉੱਤਮ ਜਨਮ ਸੋ ਮਾਨਸ ਦੇਹੀ। ਉਹਨਾਂ 84 ਲੱਖ ਜੂਨਾਂ ਵਿੱਚੋਂ ਉੱਤਮ ਜਨਮ ਜਿਹੜਾ ਮਨੁੱਖਾ ਦੇਹ ਦਾ ਹੈ, ਉੱਤਮ ਦੇਹ ਸੋ ਮਾਨਸ ਦੇਹੀ। ਇਹ ਜਿਹੜੀ ਮਨੁੱਖਾ ਦੇਹੀ ਹੈ ਨਾ, ਇਹ 84 ਲੱਖ ਤੋਂ ਉੱਤਮ ਹੈ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ। ਸਾਰੀਆਂ ਜੂਨਾਂ ਤੇਰਾ ਪਾਣੀ ਭਰਦੀਆਂ, ਭਾਵ ਤੇਰੇ ਕੰਮ ਕਰਦੀਆਂ। ਜਿਹਦੇ ਕੋਲੋਂ ਮਰਜ਼ੀ ਕੰਮ ਲੈ ਲਾ, ਸਾਰੀਆਂ ਜੂਨਾਂ ਪ੍ਰਮਾਤਮਾ ਨੇ ਬੰਦੇ ਦੇ ਵੱਸ ਕਰ ਦਿੱਤੀਆਂ। ਤੇ ਅਸੀਂ ਕੰਮ ਲੈਂਦੇ ਆ ਨਾ, ਸ਼ੇਰ ਵਰਗਾ ਜਾਨਵਰ ਜਿਹੜਾ ਜੰਗਲ ਦਾ ਰਾਜਾ ਹੈ, ਤੇ ਉਹ ਵੀ ਸਰਕਸ ਦੇ ਵਿੱਚ ਨੱਚਦਾ ਪਿਆ, ਜਿਵੇਂ ਉਹ ਸਰਕਸ ਵਾਲੇ ਕਰਦੇ ਉਵੇਂ ਕਰਾਉਂਦਾ ਪਿਆ, ਤੇ ਪਾਣੀ ਭਰਦਾ ਪਿਆ ਨਾ ਵਿਚਾਰਾ ਜ਼ਿੰਦਗੀ ਬਤੀਤ ਕਰਨ ਵਾਸਤੇ। ਹਾਥੀ ਵਰਗਾ ਵੱਡਾ ਜਾਨਵਰ ਹੈ, ਬੜਾ ਬਲ ਹੈ, ਬੜੀ ਤਾਕਤ ਹੈ, ਪਰ ਹਾਥੀ ਵੀ ਤੇ ਬੰਦੇ ਨੇ ਵੱਸ ਕਰ ਲਿਆ ਨਾ ਆਪਣੇ। ਜਦੋਂ ਉਹਨੂੰ ਕਿਹਾ ਜਾਂਦਾ ਬੈਠ ਜਾ ਬੈਠਦਾ, ਜਦੋਂ ਕਿਹਾ ਜਾਂਦਾ ਉੱਠ ਜਾ ਉੱਠਦਾ, ਜਦੋਂ ਤੋਰਿਆ ਜਾਂਦਾ ਤੁਰਦਾ। ਮੱਖੀ ਵਰਗਾ ਜਾਨਵਰ ਉੱਡਦਾ ਜ਼ਰੂਰ ਹੈ, ਪਰ ਮੱਖੀ ਨੂੰ ਵੀ ਤੇ ਬੰਦੇ ਨੇ ਵੱਸ ਕਰ ਲਿਆ ਨਾ। ਸ਼ਾਇਦ ਬਣਾ ਬਣਾ ਕੇ ਆਪਣੇ ਕੋਲ ਉਹ ਰਾਖ ਵੀ ਮੱਖੀ ਬਣਾ ਲਈ ਹੈ ਆਪਣੀ ਰਾਖੀ ਵਾਸਤੇ, ਕੁੱਤੇ ਨੂੰ ਆਪਣੀ ਹਿਫਾਜ਼ਤ ਵਾਸਤੇ ਲਾ ਲਿਆ। ਕਹਿਣ ਤੋਂ ਭਾਵ ਪਸ਼ੂਆਂ ਨੂੰ ਆਪਣੇ ਦੁੱਧ ਵਾਸਤੇ, ਆਪਣੇ ਵਪਾਰ ਵਾਸਤੇ ਲਾ ਲਿਆ। 84 ਲੱਖ ਜੂਨਾਂ ਬਣੀਆਂ, ਪਰ ਬਣੀਆਂ ਸਾਰੀਆਂ ਬੰਦੇ ਦੀ ਸੇਵਾ ਵਿੱਚ, ਜਿੱਥੋਂ ਮਰਜ਼ੀ ਸੇਵਾ ਲਈ ਜਾਵੇ। ਐਸੀ ਸਰਦਾਰੀ ਉਹ ਬੰਦਿਆ ਤੈਨੂੰ ਰੱਬ ਨੇ ਦਿੱਤੀ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ 84 ਲੱਖ ਜੂਨ ਵਿੱਚ ਇਹ ਜਿਹੜੀਆਂ 84 ਲੱਖ ਜੂਨਾਂ ਨੇ, ਇਹਨਾਂ ਦੇ ਵਿੱਚੋਂ ਕੀ ਹੋਇਆ ਹੈ? ਉੱਤਮ ਜਨਮ ਸੋ ਮਾਨਸ ਦੇਹੀ। ਇਹ ਮਨੁੱਖਾ ਜਨਮ ਸਭ ਤੋਂ ਉੱਤਮ ਤੇ ਸ੍ਰੇਸ਼ਟ ਹੈ, ਜਿਹਦੀ ਸੇਵਾ 84 ਲੱਖ ਜੂਨਾਂ ਕਰਦੀਆਂ ਨੇ। ਅੱਖੀਂ ਵੇਖਣ ਕਰਨ ਸੁਣਨ, ਅੱਖਾਂ ਨਾਲ ਰੱਬ ਨੇ ਤੈਨੂੰ ਵੇਖਣਾ ਦਿੱਤਾ ਹੋਇਆ। ਦੂਰ ਵੇਖ ਸਕਦਾ, ਨੇੜੇ ਵੇਖ ਸਕਦਾ, ਪੁੱਤਰਾਂ ਧੀਆਂ ਨੂੰ ਵੇਖ ਸਕਦਾ। ਨਹੀਂ ਤੇ 84 ਲੱਖ ਜੂਨਾਂ ਵਿੱਚ ਕੁਝ ਉਹ ਵੀ ਜੂਨਾਂ ਨੇ ਜਿਨ੍ਹਾਂ ਨੂੰ ਅੱਖਾਂ ਹੀ ਨਹੀਂ ਪ੍ਰਾਪਤ ਹੋਈਆਂ, ਪਰ ਤੈਨੂੰ ਰੱਬ ਨੇ ਦਿੱਤੀਆਂ ਹੋਈਆਂ। ਇਸੇ ਤਰ੍ਹਾਂ ਰੱਬ ਨੇ ਤੈਨੂੰ ਸੁਣਨ ਵਾਸਤੇ ਕੰਨ ਦਿੱਤੇ ਹੋਏ, ਕੰਨਾਂ ਦੇ ਨਾਲ ਤੂੰ ਸੁਣਦਾ ਪਿਆ। ਪਰ ਕੁਝ ਜੂਨਾਂ ਉਹ ਨੇ ਜਿਨ੍ਹਾਂ ਕੋਲ ਕੰਨ ਹੀ ਨਹੀਂ, ਸੁਣਨ ਦੀ ਸ਼ਕਤੀ ਕੋਈ ਨਹੀਂ ਹੈ ਕੋਲ। ਮਹਾਰਾਜ ਕਹਿਣ ਲੱਗੇ ਸੋ ਇਹ ਤੈਨੂੰ ਰੱਬ ਨੇ ਇੱਕ ਤੋਹਫਾ ਦਿੱਤਾ ਹੋਇਆ, ਇੱਕ ਬਖਸ਼ਿਸ਼ ਕੀਤੀ ਹੈ ਵੀ ਅੱਖਾਂ ਵੇਖਦੀਆਂ, ਕੰਨ ਸੁਣਦੇ ਪਏ, ਮੁਖ ਸ਼ੁਭ ਬੋਲਣ ਬਚਨ ਸਨੇਹੀ। ਤੂੰ ਮੁਖ ਤੋਂ ਸਨੇਹ ਵਾਲੇ, ਪਿਆਰ ਵਾਲੇ ਬਚਨ ਬੋਲ ਕੇ ਦੱਸ ਵੀ ਸਕਦਾ ਹੈ, ਪਿਆਰ ਵਾਲੇ ਬਚਨ ਬੋਲ ਕੇ ਕਿਸੇ ਨੂੰ ਗੱਲ ਲਗਾ ਵੀ ਸਕਦਾ ਹੈ, ਪਿਆਰ ਵਾਲੇ ਬਚਨ ਬੋਲ ਕੇ ਕਿਸੇ ਦਾ ਦੁੱਖ ਵੰਡਾ ਵੀ ਸਕਦਾ ਹੈ। ਪਰ ਉਹ ਭਲਿਆ ਮਾਨਸਾ, ਤੇਰੇ ਤੋਂ ਬਿਨਾਂ ਕੋਈ ਬੋਲ ਕੇ ਆਪਣੇ ਦੁੱਖ ਨੂੰ ਪ੍ਰਗਟ ਨਹੀਂ ਕਰ ਸਕਦਾ। ਤੇਰੇ ਤੋਂ ਬਿਨਾਂ ਕੋਈ ਬੋਲ ਕੇ ਆਪਣੇ ਦੁੱਖ ਦਾ ਸਨੇਹ ਜਨਾ ਨਹੀਂ ਸਕਦਾ। ਇਹ ਮਨੁੱਖਾ ਜਨਮ ਹੈ ਜਿਹਦੇ ਵਿੱਚ ਤੂੰ ਆਇਆ। ਤੂੰ ਗੱਲਾਂ ਕਹਿ ਵੀ ਸਕਦਾ ਹੈ, ਪ੍ਰੇਮ ਜਨਾ ਵੀ ਸਕਦਾ ਹੈ, ਆਪਣੇ ਦੁੱਖ ਨੂੰ ਦੱਸ ਵੀ ਸਕਦਾ, ਦੂਜੇ ਦਾ ਦੁੱਖ ਸੁਣ ਵੀ ਸਕਦਾ ਹੈ। ਐਸੀ ਇਹ ਦੁਰਲੱਭ ਦੇਹੀ ਪ੍ਰਮਾਤਮਾ ਨੇ ਤੈਨੂੰ ਦਿੱਤੀ ਹੈ। ਇਹ ਦਾਤ ਕਿਸੇ ਹੋਰ ਕੋਲ ਨਹੀਂ ਹੈ ਜਿਹੜੀ ਤੇਰੇ ਕੋਲ ਹੈ। ਪਰ ਐਸਾ ਜਨਮ ਲੈ ਕੇ ਵੀ ਤੂੰ ਭੁੱਲ ਗਿਆ, ਤੂੰ ਬੇਸਮਝ ਹੋ ਗਿਆ। ਸਨੇਹ ਤੇ ਪਸ਼ੂ ਵੀ ਕਰਦਾ ਹੈ, ਪਰ ਪਸ਼ੂ ਜਿਹੜਾ ਨਾ ਉਹਦਾ ਸਨੇਹ ਇੱਕੋ ਜਿਹਾ ਹੀ ਹੈ। ਮੰਨ ਲਓ ਘਰ ਵਿੱਚ ਕੁੱਤਾ ਰੱਖਿਆ ਨਾ, ਤੇ ਕੁੱਤਾ ਮਾਲਕ ਨੂੰ ਬੜਾ ਪਿਆਰ ਕਰਦਾ ਹੈ, ਪਰ ਕੁੱਤੇ ਨੂੰ ਇਹ ਨਹੀਂ ਪਤਾ ਵੀ ਇਸ ਵੇਲੇ ਮੇਰੇ ਮਾਲਕ ਦਾ ਪੁੱਤਰ ਪੂਰਾ ਹੋਇਆ ਹੈ, ਇਹ ਸਿਵੇਂ ਨੂੰ ਅੱਗ ਲਾ ਕੇ ਉਹਦੀ ਲਾਸ਼ ਦਾ ਸੰਸਕਾਰ ਕਰਕੇ ਆ ਰਿਹਾ, ਕਿ ਜਾਂ ਇਹ ਪੁੱਤਰ ਦੀ ਬਰਾਤ ਚੜ੍ਹਦਾ ਪਿਆ। ਕੁੱਤੇ ਨੂੰ ਇਸ ਗੱਲ ਦਾ ਗਿਆਨ ਨਹੀਂ। ਉਹ ਪੈਰਾਂ ਨੂੰ ਸੁੰਘਦਾ, ਪੈਰਾਂ ਵਿੱਚ ਆ ਕੇ ਬੈਠਦਾ ਹੈ, ਪਰ ਕੁੱਤਾ ਇਹ ਨਹੀਂ ਜਾਣਦਾ ਵੀ ਮਾਲਕ ਇਸ ਵੇਲੇ ਕਿਸ ਕੰਮ ਤੋਂ ਆਇਆ ਹੈ, ਇਹਦੀ ਆਤਮਾ ਦੁਖੀ ਹੈ ਕਿ ਸੁਖੀ ਹੈ। ਕੋਈ ਵੀ ਪੰਛੀ ਜਾਨਵਰ ਲਾ ਲਈਏ, ਪਰ ਇਹ ਸੋਝੀ ਪ੍ਰਮਾਤਮਾ ਨੇ ਤੈਨੂੰ ਦਿੱਤੀ ਹੈ। ਤੂੰ ਦੂਸਰੇ ਦੇ ਦੁੱਖ ਨੂੰ ਸਮਝ ਸਕਦਾ ਹੈ, ਕਹਿ ਸਕਦਾ ਹੈ, ਆਪਣੇ ਦੁੱਖ ਨੂੰ ਕਹਿ ਤੇ ਸੁਣ ਸਕਦਾ ਹੈ। ਇਹ ਬੰਦਿਆ ਐਸੀ ਦੇਹੀ ਪ੍ਰਮਾਤਮਾ ਨੇ ਤੈਨੂੰ ਦਿੱਤੀ ਹੈ, ਐਸਾ ਇਹ ਸਰੀਰ ਦਿੱਤਾ ਹੋਇਆ। ਹੱਥੀਂ ਕਾਰ ਕਮਾਵਣੀ, ਫਿਰ ਤੈਨੂੰ ਹੱਥਾਂ ਦੇ ਨਾਲ ਕੰਮ ਕਰਨ ਵਾਸਤੇ ਹੱਥ ਪ੍ਰਮਾਤਮਾ ਨੇ ਬਖਸ਼ੇ। ਇਹਨਾਂ ਹੱਥਾਂ ਦੇ ਨਾਲ ਸੋਹਣੇ ਸੋਹਣੇ ਕੱਪੜੇ ਗਲ ਵਿੱਚ ਪਾ ਲੈਣਾ, ਸੋਹਣਾ ਹਾਰ ਸ਼ਿੰਗਾਰ ਕਰ ਲੈਣਾ, ਸੋਹਣੀ ਤਰ੍ਹਾਂ ਭੋਜਨ ਪ੍ਰਸ਼ਾਦਾ ਛਕ ਲੈਣਾ, ਆਪਣੇ ਸਰੀਰ ਦੀ ਹਿਫਾਜ਼ਤ ਕਰ ਸਕਦਾ ਹੈ। ਐਸੇ ਸੋਹਣੇ ਹੱਥ ਪ੍ਰਮਾਤਮਾ ਨੇ ਤੈਨੂੰ ਦਿੱਤੇ। ਪਰ ਕਦੇ ਉਹਨਾਂ ਜਾਨਵਰਾਂ ਦੇ ਵੱਲ, ਪਸ਼ੂ ਪੰਛੀਆਂ ਵੱਲ ਵੇਖ ਜਿਨ੍ਹਾਂ ਦੇ ਕੋਲ ਹੱਥ ਨਹੀਂ, ਉਹਨਾਂ ਦੀ ਕੀ ਹਾਲਤ ਹੈ। ਪਰ ਪ੍ਰਮਾਤਮਾ ਨੇ ਤੈਨੂੰ ਦਾਤ ਬਖਸ਼ੀ ਹੈ, ਹੱਥਾਂ ਦੇ ਨਾਲ ਤੂੰ ਇਹ ਸਾਰੇ ਕੰਮ ਕਰ ਸਕਦਾ ਹੈ।
ਪੈਰੀ ਚੱਲ ਸਤ ਸੰਗ ਮਲੇਹੀ। ਜਦੋਂ ਤੇਰਾ ਜੀ ਕਰੇ ਨਾ ਘਰੇ ਬੈਠੇ ਦਾ ਵੀ ਅੱਜ ਮੈਂ ਗੁਰਦੁਆਰੇ ਜਾਵਾਂ, ਮੱਥਾ ਟੇਕਾਂ, ਕਥਾ ਸੁਣਾ, ਕੀਰਤਨ ਸੁਣਾ ਜਾਂ ਪਾਠ ਸੁਣਾ, ਤੇ ਜਦੋਂ ਮਰਜ਼ੀ ਤੂੰ ਚੱਲ ਕੇ ਆ ਸਕਦਾ, ਤੈਨੂੰ ਰੋਕਿਆ ਨਹੀਂ ਜਾਂਦਾ। ਪਰ ਜੇ ਮੰਨ ਲਓ ਕੁੱਤੇ ਦਾ ਜਾਂ ਪਸ਼ੂ ਕਿਸੇ ਦਾ ਮਨ ਕਰੇ, ਪਰ ਉਹ ਆ ਤਾਂ ਨਹੀਂ ਨਾ ਸਕਦਾ, ਸੰਗਤ ਵਿੱਚ ਬੈਠ ਤੇ ਨਹੀਂ ਨਾ ਸਕਦਾ। ਇਹ ਮਨੁੱਖਾ ਜਨਮ ਦੇ ਵਿੱਚ ਦਾਤ ਮਿਲੀ ਹੈ ਨਾ, ਵੀ ਤੂੰ ਆ ਕੇ ਸੰਗਤ ਵਿੱਚ ਬੈਠ ਸਕਦਾ, ਗੁਰਬਾਣੀ ਪਾਠ ਸੁਣ ਤੇ ਸੁਣਾ ਸਕਦਾ, ਪਰ ਤੇਰੇ ਬਿਨਾ ਪਸ਼ੂ ਪੰਛੀ ਨਹੀਂ ਉਹ ਆ ਸਕਦੇ। ਪਰ ਮਹਾਰਾਜ ਕਹਿਣ ਲੱਗੇ ਬਚਨ ਇਹ ਆ ਵੀ ਇਹ ਨਾਮ ਦੇ ਜਪਣ ਵੇਲੇ ਤੇ ਬੰਦਾ ਵੀ ਪਸ਼ੂ ਹੀ ਬਣ ਜਾਂਦਾ ਹੈ। ਨਾਮ ਨਹੀਂ ਜਪਦਾ, ਪਸ਼ੂ ਵਾਂਗ ਸੌਣਾ ਆਉਂਦਾ ਹੈ, ਪਸ਼ੂ ਵਾਂਗ ਖਾਣਾ ਵੀ ਆਉਂਦਾ ਹੈ, ਪਸ਼ੂ ਵਾਂਗ ਵਕਾਰ ਭੁਗਣੇ ਵੀ ਆਉਂਦੇ ਨੇ, ਪਰ ਮਨੁੱਖਾਂ ਦੇ ਵਾਂਗ ਸਤ ਸੰਗਤ ਦਾ ਆਨੰਦ ਲੈਣਾ ਨਹੀਂ ਇਹਨੂੰ ਆਉਂਦਾ। ਪਸ਼ੂਆਂ ਦੇ ਵਾਂਗ ਸਵੇਰ ਵੇਲੇ ਸੁੱਤਾ ਰਹਿੰਦਾ ਅਤੇ ਸ਼ਾਮ ਨੂੰ ਵਕਾਰੀ ਬਣ ਕੇ ਮਾੜੀਆਂ ਥਾਵਾਂ 'ਤੇ ਤੁਰਿਆ ਫਿਰਦਾ। ਰੋ ਵਿਚਾਰ ਪੈਰੀ ਚੱਲ ਸਤ ਸੰਗ ਮਲੇਹੀ। ਇਹ ਮਨੁੱਖਾ ਜਨਮ ਦੇ ਵਿੱਚ ਪੈਰਾਂ ਨਾਲ ਚੱਲ ਕੇ ਸਤ ਸੰਗਤ ਵਿੱਚ ਜਾ ਸਕਦਾ। ਐਸੀ ਦਾਤ ਤੈਨੂੰ ਇਹ ਮਨੁੱਖਾ ਜਨਮ ਦੀ ਮਿਲੀ ਹੈ। ਕਿਰਤ ਵਿਰਤ ਕਰ ਧਰਮ ਦੀ। ਤੂੰ ਕਿਰਤ ਜਿਹੜੀ ਹੈ ਨਾ ਕਮਾਈ ਧਰਮ ਦੀ ਕਰ ਸਕਦਾ, ਦਸਾਂ ਨੌਵਾਂ ਦੀ ਕਿਰਤ, ਸਾਫ ਸੁਥਰੀ ਕਿਰਤ ਕਰ ਸਕਦਾ, ਆਪਣੀ ਪਾਲਣਾ ਵਾਸਤੇ, ਪਰਿਵਾਰ ਦੀ ਪਾਲਣਾ ਵਾਸਤੇ। ਖੱਟ ਖਿਲਾਵਣ ਕਾਰ ਕਰੇਹੀ। ਤੂੰ ਕਾਰ ਕਮਾਈ ਖੱਟ ਕੇ ਆਪ ਵੀ ਖਾ ਸਕਦਾ ਹੈ, ਬੱਚਿਆਂ ਨੂੰ ਵੀ ਖਿਲਾ ਸਕਦਾ ਹੈ। ਇੱਥੋਂ ਤੱਕ ਕਿ ਤੂੰ ਲੰਗਰ ਲਾ ਕੇ ਕੋਈ ਪੁੰਨ ਦਾਨ ਵਾਸਤੇ ਕਿਸੇ ਗਰੀਬ ਗੁਰਬੇ ਦੀ ਮਦਦ ਵੀ ਕਰ ਸਕਦਾ। ਹੁਣ ਪਸ਼ੂ ਗੁਰਮੁਖੋ ਆਪ ਤੇ ਖਾ ਲੈਂਦਾ, ਪਰ ਪਸ਼ੂ ਜਿਹੜਾ ਨਾ ਉਹ ਬੁਰਕੀ ਗਾਂ ਅੱਗੇ ਕਿਸੇ ਦੇ ਪਾਉਣ ਦੀ ਉਹਦੇ ਮੂੰਹ ਵਿੱਚ ਸਮਰੱਥਾ ਨਹੀਂ ਹੈ। ਚਲੋ ਮੰਨ ਲਓ ਕੁਝ ਪਸ਼ੂ ਉਹ ਨੇ ਜਿਹੜੇ ਆਪਣੇ ਬੱਚਿਆਂ ਨੂੰ ਪਾਲ ਲੈਂਦੇ, ਪਰ ਪਸ਼ੂ ਕਿਸੇ ਵਾਸਤੇ ਪੁੰਨਦਾਨ ਤੇ ਨਹੀਂ ਨਾ ਕਰ ਸਕਦੇ ਵੀ ਪਸ਼ੂ ਕਿਸੇ ਵਾਸਤੇ ਕੋਈ ਲੰਗਰ ਲਾ ਦੇਵੇ, ਪਸ਼ੂ ਕਿਸੇ ਦੀ ਸੇਵਾ ਕਰ ਦੇਵੇ ਜਾਂ ਪੰਛੀ ਕੋਈ ਐਸਾ ਕਰਮ ਕਰ ਦੇਵੇ। ਨਹੀਂ, ਇਹ ਮਨੁੱਖਾ ਜਨਮ ਦੇ ਵਿੱਚ ਭਾਈ ਤੈਨੂੰ ਦਾਤ ਮਿਲੀ ਹੈ। ਇਸ ਜਨਮ ਦੇ ਵਿੱਚ ਆ ਕੇ ਤੂੰ ਆਪਣੇ ਵਾਸਤੇ ਵੀ ਕਿਰਤ ਵਿਰਤ ਕਰ ਸਕਦਾ, ਆਪਣੇ ਬੱਚਿਆਂ ਦੇ ਦੁੱਖ ਸੁੱਖ ਨੂੰ ਸੁਣ ਕੇ ਵੇਖ ਕੇ ਉਹਨਾਂ ਦੀ ਮਦਦ ਵੀ ਕਰ ਸਕਦਾ ਹੈ। ਗਰੀਬ ਗੁਰਬੇ ਦੇ ਵਾਸਤੇ ਲੰਗਰ ਪ੍ਰਸ਼ਾਦਾ ਲਾ ਕੇ ਉਹਦੀ ਵੀ ਮਦਦ ਕਰ ਸਕਦਾ, ਕਿਸੇ ਨੂੰ ਵਸਤਰਾਂ ਦੀ ਸੇਵਾ ਦੇ ਨਾਲ ਸੇਵਾ ਕਰ ਸਕਦਾ, ਕਿਸੇ ਨੂੰ ਦਵਾਈ ਬੂਟੀ ਦੇ ਨਾਲ ਸੇਵਾ ਕਰ ਸਕਦਾ। ਇਹ ਸੇਵਾਵਾਂ ਜਿਹੜੀਆਂ ਨੇ ਕੇਵਲ ਮਨੁੱਖਾ ਜਨਮ ਦੇ ਵਿੱਚ ਤੂੰ ਕਰ ਸਕਦਾ। ਤੇਰੇ ਬਿਨਾ ਇਹ ਸੇਵਾ ਕਰਨ ਦਾ ਮੌਕਾ ਕਿਸੇ ਦੇ ਕੋਲ ਨਹੀਂ ਹੈ, ਕੇਵਲ ਤੇਰੇ ਕੋਲ ਹੈ। ਤੇ ਫਿਰ ਵੀ ਮਨੁੱਖਾ ਜਨਮ ਦੇ ਵਿੱਚ ਆ ਕੇ ਨਾਮ ਨਹੀਂ ਜਪਿਆ ਗਿਆ ਤੇ ਮਾੜੀ ਗੱਲ ਹੀ ਹੋਈ ਨਾ। ਐਡਾ ਦੁਰਲੱਭ ਜਨਮ, ਇਹ ਜਨਮ ਦੇ ਕੀ ਕੀ ਗੁਣ ਨੇ ਉਹ ਆਪਾਂ ਸਰਵਣ ਕਰਦੇ ਪਏ। ਕਈ ਵਾਰੀ ਆਪਾਂ ਕਹਿ ਦਿੰਦੇ ਨਾ ਮੈਂ ਤੇ ਐਵੇਂ ਹੀ ਆਇਆ ਦੁਨੀਆ ਤੇ ਮੈਨੂੰ ਤੇ ਐਵੇਂ ਹੀ ਜਨਮ ਮਿਲ ਗਿਆ, ਮੈਂ ਤੇ ਬੜਾ ਦੁਖੀ ਹਾਂ। ਪਰ ਕਦੇ ਇਹਨਾਂ ਗੁਣਾਂ ਨੂੰ ਯਾਦ ਕਰ ਵੀ ਜਿਹੜੀਆਂ ਤਾਕਤਾਂ ਪ੍ਰਮਾਤਮਾ ਨੇ ਤੈਨੂੰ ਦਿੱਤੀਆਂ ਉਹ ਤੇਰੇ ਬਿਨਾਂ ਕਿਸੇ ਨੂੰ ਦਿੱਤੀਆਂ ਹੀ ਨਹੀਂ ਹੋਈਆਂ। ਗੁਰਮੁਖਾ ਤੂੰ ਇਹ ਸਾਰੇ ਕਰਮ ਕਰ ਸਕਦਾ ਹੈ। ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ ਸਮਝ ਸੁਨੇਹੀ। ਪਰ ਜਿਹੜੇ ਮਨੁੱਖਾ ਜਨਮ ਦੇ ਵਿੱਚ ਆ ਕੇ ਗੁਰਮੁਖ ਬਣ ਗਏ, ਕਿਉਂਕਿ ਮਨੁੱਖਾ ਜਨਮ ਦੇ ਵਿੱਚ ਸਾਰੇ ਗੁਰਮੁਖ ਨਹੀਂ ਨਾ ਬਣੇ, ਕੁਝ ਮਨਮੁਖ ਵੀ ਨੇ। ਗੁਰਮੁਖ ਉਹ ਬਣੇ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ। ਗੁਰੂ ਵੱਲ ਮੁਖ ਕਰਨ ਤੋਂ ਭਾਵ ਇਹ ਹੁੰਦਾ ਹੈ ਕਿ ਗੁਰੂ ਦੇ ਕਹੇ ਮੁਤਾਬਕ ਚੱਲਣਾ, ਗੁਰੂ ਦੇ ਦੱਸੇ ਰਸਤੇ 'ਤੇ ਚੱਲਣਾ। ਜਿਹੜੇ ਗੁਰੂ ਨੇ ਬਚਨ ਕਹੇ ਉਹਨਾਂ ਬਚਨਾਂ ਨੂੰ ਕਮਾਉਣਾ, ਇਹ ਹੈ ਗੁਰੂ ਦੇ ਸਨਮੁਖ ਹੋਣਾ। ਸੋ ਕਹਿਣ ਲੱਗੇ ਗੁਰਮੁਖ ਜਨਮ ਸਕਾਰਥਾ। ਜਿਨ੍ਹਾਂ ਨੇ ਆਪਣਾ ਮੁਖ ਕੀਤਾ ਗੁਰੂ ਵੱਲ, ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲਦੇ, ਉਹਨਾਂ ਨੇ ਫਿਰ ਇਹ ਜਨਮ ਵੀ ਸਫਲਾ ਕਰ ਲਿਆ। ਪਸ਼ੂ ਜਨਮਾਂ ਦੇ ਵਿੱਚ 84 ਲੱਖ ਜੂਨਾਂ ਵਿੱਚ ਮੁਕਤੀ ਨਹੀਂ ਹੈ, ਭਾਵੇਂ ਕਿਸੇ ਵੀ ਜਨਮ ਦੇ ਵਿੱਚ ਹੋ ਜਾਓ। ਮੁਕਤੀ ਕੇਵਲ ਤੇ ਕੇਵਲ ਪਰਮਾਤਮਾ ਨੇ ਮਨੁੱਖਾ ਜਨਮ ਵਿੱਚ ਰੱਖੀ ਹੈ। ਤੂੰ ਇਸ ਜਨਮ ਦੇ ਵਿੱਚ ਆ ਕੇ ਬੰਦਗੀ ਕਰਕੇ, ਨਾਮ ਜਪ ਕੇ, ਸੇਵਾ ਕਰਕੇ, ਭਲਾ ਕਰਕੇ, ਗੁਰੂ ਦੇ ਸਨਮੁਖ ਰਹਿ ਕੇ, ਗੁਰੂ ਦੇ ਦੱਸੇ ਹੋਏ ਸਿਧਾਂਤ ਦੇ ਉੱਪਰ ਚੱਲ ਕੇ ਬੰਦਿਆ ਮੁਕਤ ਵੀ ਹੋ ਸਕਦਾ ਹੈ। ਤੇਰੇ ਬਿਨਾਂ ਮੁਕਤੀ ਹੋਰ ਕਿਸੇ ਨੂੰ ਮਿਲਣੀ ਨਹੀਂ, ਨਾ ਹੀ ਮਿਲ ਸਕਦੀ। ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ ਸਮਝ ਸੁਨੇਹੀ। ਇੱਥੇ ਗੁਰਬਾਣੀ ਪੜ ਵੀ ਸਕਦਾ ਹੈ, ਗੁਰਬਾਣੀ ਨੂੰ ਸਮਝ ਵੀ ਸਕਦਾ ਹੈ, ਗੁਰੂ ਦੇ ਨਾਲ ਤੇ ਗੁਰੂ ਦੀ ਸੰਗਤ ਨਾਲ ਪਿਆਰ ਵੀ ਕਰ ਸਕਦਾ ਹੈ। ਪਰ ਇਹ ਅਧਿਕਾਰ ਪਰਮਾਤਮਾ ਨੇ ਪਸ਼ੂ ਨੂੰ ਨਹੀਂ ਦਿੱਤੇ, ਪਸ਼ੂ ਵਿਚਾਰਾ ਨਹੀਂ ਪੜ ਸਕਦਾ। ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਹਾਂ ਸਾਗਤ ਪੈ ਹਰ ਗੁਣ ਗਾਏ। ਗੁਰਬਾਣੀ ਦਾ ਬਚਨ ਹੈ ਨਾ। ਸਵਾਨ ਨਾਮ ਗੁਰਮੁਖੋ ਕੁੱਤੇ ਦਾ, ਕੁੱਤੇ ਨੂੰ ਕੋਲ ਬਿਠਾ ਕੇ
ਸਿਮਰਤੀਆਂ ਪੜ੍ਹ ਲਵੋ, ਸ਼ਾਸਤਰ ਪੜ੍ਹ ਲਵੋ, ਧਾਰਮਿਕ ਗ੍ਰੰਥ ਪੜ੍ਹ ਲਵੋ, ਤੇ ਬਾਅਦ ਵਿੱਚ ਸੋਚੋ ਵੀ ਕੁੱਤੇ ਦਾ ਭਲਾ ਹੋ ਗਿਆ। ਇਹ ਦੱਸੇ ਹੋਏ ਜਿੰਨੇ ਮੈਂ ਗੁਣ ਪੜ੍ਹੇ ਨੇ, ਕੁੱਤਾ ਉਹਦੇ ਉੱਪਰ ਚੱਲੇਗਾ? ਬਿਲਕੁਲ ਨਹੀਂ ਚੱਲੇਗਾ। ਕਹਾਂ ਸਵਾਨ ਕੋ ਸਿਮਰਤ ਸੁਣਾਏ, ਸਿਮਰਤੀਆਂ ਸੁਣਾਉਣੀਆਂ ਕੁੱਤੇ ਦੇ ਸਾਹਮਣੇ ਬਿਲਕੁਲ ਫਜ਼ੂਲ ਨੇ, ਕਿਉਂਕਿ ਉਹਨਾਂ ਦਾ ਕੁੱਤੇ ਉੱਪਰ ਅਸਰ ਕੋਈ ਨਹੀਂ ਹੈ। ਕੁੱਤੇ ਕੋਲ ਐਸੀ ਮੱਤ ਸਮਾਤੀ ਨਹੀਂ ਹੈ ਵੀ ਉਹ ਸਿਮਰਤੀਆਂ ਦੇ ਦੱਸੇ ਹੋਏ ਰਾਹ 'ਤੇ ਚੱਲ ਸਕੇ। ਪਰ ਬੰਦੇ ਦੇ ਕੋਲ ਜੇ ਉਹ ਗ੍ਰੰਥ ਪੜ੍ਹਿਆ ਗਿਆ ਤੇ ਬੰਦਾ ਉਹਦੇ ਵਿੱਚੋਂ ਗਿਆਨ ਲੈ ਸਕਦਾ, ਤਰ ਸਕਦਾ, ਭਲਾ ਹੋ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਬਚਨ ਇਹ ਹੈ, ਗੁਰਬਾਣੀ ਗੁਰ ਭਾਈ ਸੰਤੁਸ਼ਟ ਕਰ। ਜਿਹੜੇ ਗੁਰੂ ਭਾਈ ਨੇ, ਇੱਕੇ ਗੁਰੂ ਦੇ ਸੇਵਕ ਮੰਨ ਲਓ ਸਿੱਖ, ਇਹਨਾਂ ਨੂੰ ਤੂੰ ਸੰਤੁਸ਼ਟ ਕਰ ਸਕਦਾ ਹੈ ਸੇਵਾ ਕਰਕੇ। ਕਰ ਚਰਨਾਮ੍ਰਿਤ ਲੈ ਮੁਖ ਪਵੇਹੀ, ਗੁਰੂ ਦੇ ਚਰਨਾਂ ਦਾ ਅੰਮ੍ਰਿਤ ਲੈ ਕੇ। ਕਿਉਂਕਿ ਜਦੋਂ ਭਾਈ ਗੁਰਦਾਸ ਜੀਆਂ ਨੇ ਬਚਨ ਲਿਖੇ ਨਾ, ਉਸ ਵੇਲੇ ਗੁਰੂ ਘਰ ਦੇ ਵਿੱਚ ਮਰਿਆਦਾ ਇਹ ਸੀ ਕਿ ਮਹਾਰਾਜ ਦੇ ਚਰਨ ਧੋ ਕੇ ਜਲ ਦੇ ਨਾਲ, ਉਹ ਜਿਹੜਾ ਜਲ ਸੀ ਅੱਗੇ ਸਿੱਖ ਨੂੰ ਦਿੱਤਾ ਜਾਂਦਾ ਤੇ ਉਹਨੂੰ ਆਖਿਆ ਜਾਂਦਾ ਚਰਨਾ ਅੰਮ੍ਰਿਤ ਹੈ। ਗੁਰੂ ਦਾ ਸਿੱਖ ਬਣਨ ਵਾਸਤੇ ਇਹ ਵਿਧੀ ਜਿਹੜੀ ਸੀ ਨਾ ਅਪਣਾਉਣੀ ਪੈਂਦੀ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਨੇ ਉਸ ਵਿਧੀ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੇ ਰੂਪ ਦੇ ਵਿੱਚ ਬਦਲਿਆ ਤੇ ਬਾਅਦ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਚੱਲ ਕੇ ਸਿੱਖ ਬਣਨੇ ਸ਼ੁਰੂ ਹੋ ਗਏ। ਪਰ ਜਦੋਂ ਭਾਈ ਗੁਰਦਾਸ ਜੀ ਲਿਖਦੇ ਪਏ ਉਦੋਂ ਚਰਨਾ ਅੰਮ੍ਰਿਤ ਹੈ। ਕਹਿਣ ਲੱਗੇ ਗੁਰੂ ਕਿਆਂ ਸਿੱਖਾਂ ਦੀ ਸੰਗਤ ਕਰਕੇ ਤੇਰਾ ਮਨ ਬਦਲ ਜਾਏਗਾ, ਸੁਭਾਅ ਬਦਲ ਜਾਏਗਾ, ਬੁੱਧੀ ਵਿਚਾਰ ਬਦਲ ਜਾਏਗੀ। ਗੁਰੂ ਦੇ ਚਰਨਾਂ ਦਾ ਅੰਮ੍ਰਿਤ ਲੈ ਕੇ ਜਾਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤੂੰ ਗੁਰੂ ਵਾਲਾ ਬਣ ਕੇ ਆਪਣੇ ਮੁਖ ਨੂੰ, ਆਪਣੇ ਸਰੀਰ ਨੂੰ ਸਫਲਾ ਕਰ ਸਕਦਾ ਹੈ। ਪੈਰੀ ਪਵਨ ਨਾ ਛੋਡੀਐ, ਕਲੀ ਕਾਲ ਲਹਿਰਾਸ ਕਰੇ ਹੀ। ਗੁਰੂ ਦੇ ਚਰਨਾਂ 'ਤੇ ਪੈਣਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ, ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀਓ। ਇਹ ਬਚਨ ਹੈ ਨਾ, ਗੁਰੂ ਕਿਆਂ ਸਿੱਖਾਂ ਦੇ ਚਰਨਾਂ 'ਤੇ ਨਮਸਕਾਰ ਵੀ ਕਰ ਸਕਦਾ ਹੈ, ਗੁਰੂ ਦੇ ਚਰਨਾਂ 'ਤੇ ਵੀ ਨਮਸਕਾਰ ਕਰ ਸਕਦਾ ਹੈ। ਇਹ ਮਨੁੱਖਾ ਜਨਮ ਦੇ ਵਿੱਚ ਦਾਤਾਂ ਮਿਲੀਆਂ। ਅਤੇ ਫਿਰ ਪੂਰੀ ਰਹਿਤ ਮਰਿਆਦਾ ਦੇ ਮੁਤਾਬਕ ਸਵੇਰੇ ਵੀ ਨਿਤਨੇਮ ਕਰ ਸਕਦਾ, ਦਿਨੇ ਵੀ ਬਾਣੀ ਪੜ੍ਹ ਸਕਦਾ, ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਕਰਕੇ ਬਾਣੀ ਪੜ੍ਹ ਸਕਦਾ। ਇਹ ਸਾਰੀਆਂ ਦਾਤਾਂ ਕਿੱਥੋਂ ਮਿਲੀਆਂ? ਮਨੁੱਖਾ ਜਨਮ ਦੇ ਵਿੱਚ ਆ ਕੇ ਮਿਲੀਆਂ। ਆਪ ਤਰੇ ਗੁਰਸਿੱਖ ਤਰੇ ਹੀ। ਗੁਰੂ ਦੇ ਸਿੱਖ ਨੂੰ ਏਡੀ ਵੱਡੀ ਦਾਤ ਦਿੱਤੀ ਹੈ ਧੰਨ ਗੁਰੂ ਪਾਤਸ਼ਾਹ ਨੇ। ਗੁਰੂ ਦਾ ਸਿੱਖ ਨਾਮ ਜਪ ਕੇ ਆਪ ਵੀ ਤਰ ਸਕਦਾ ਹੈ, ਆਪਣੀ ਸੰਗਤ ਵਿੱਚ ਕਈਆਂ ਨੂੰ ਤਾਰ ਵੀ ਸਕਦਾ ਹੈ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ, ਮੰਨੈ ਤਰੈ ਤਾਰੇ ਗੁਰਸਿੱਖ। ਗੁਰੂ ਦਾ ਸਿੱਖ ਇੰਨਾ ਤਾਕਤ ਵਾਲਾ ਹੈ, ਗੁਰੂ ਦੇ ਬਚਨਾਂ ਦਾ ਮੰਨਣ ਕਰਕੇ, ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਆਪ ਤੇ ਤਰ ਜਾਂਦਾ ਹੈ, ਆਪਣੀ ਸੰਗਤ ਵਿੱਚ ਲਾ ਕੇ ਕਈਆਂ ਨੂੰ ਤਾਰ ਕੇ ਵੀ ਲੈ ਜਾਂਦਾ ਹੈ। ਜਿਵੇਂ ਗੁਰਮੁਖੋ ਜਹਾਜ਼ ਹੈ ਨਾ ਪਾਣੀ ਦੇ ਵਿੱਚ, ਉਹ ਆਪ ਵੀ ਤਰਦਾ ਹੈ। ਜਿਹੜੇ ਜਹਾਜ਼ ਦੇ ਉੱਪਰ ਬੈਠ ਗਏ ਉਹਨਾਂ ਨੂੰ ਵੀ ਤਾਰ ਦਿੰਦਾ, ਕਿਨਾਰੇ ਲਾ ਦਿੰਦਾ ਹੈ। ਗੁਰੂ ਦੇ ਸਿੱਖ ਦਾ ਜੀਵਨ ਜਹਾਜ਼ ਵਰਗਾ ਬਣ ਜਾਂਦਾ। ਗੁਰੂ ਦੇ ਬਚਨਾਂ 'ਤੇ ਚੱਲ ਕੇ ਆਪ ਵੀ ਤਰਦਾ ਤੇ ਦੂਜਿਆਂ ਨੂੰ ਵੀ ਤਾਰ ਕੇ ਲੈ ਜਾਂਦਾ, ਭਲਾ ਕਰ ਦਿੰਦਾ। ਪਰ ਇਹ ਸਾਰੀਆਂ ਦਾਤਾਂ ਕਿੱਥੋਂ ਮਿਲੀਆਂ? ਮਨੁੱਖਾ ਜਨਮ ਦੇ ਵਿੱਚੋਂ ਮਿਲੀਆਂ। ਇਹ ਦਾਤਾਂ ਮਨੁੱਖਾ ਜਨਮ ਦੇ ਵਿੱਚ ਨੇ, ਪਸ਼ੂ ਜਨਮ ਦੇ ਵਿੱਚ, ਪੰਛੀ ਜਨਮ ਦੇ ਵਿੱਚ ਇਹ ਦਾਤਾਂ ਨਹੀਂ। ਇਹੋ ਜਿਹਾ ਦੁਰਲੱਭ ਸਰੀਰ ਪਾ ਕੇ ਵੀ ਹਾਲੇ ਵੀ ਰੋਂਦਾ ਪਿਆ, ਮੈਨੂੰ ਮਿਲਿਆ ਕੁਝ ਨਹੀਂ। ਫਿਰ ਤੇਰਾ ਕੁਝ ਨਹੀਂ ਹੋ ਸਕਦਾ। ਮਹਾਰਾਜ ਕਹਿਣ ਲੱਗੇ ਦੁਰਲੱਭ ਜਨਮ ਪੁੰਨ ਫਲ ਪਾਇਓ। ਇਹ ਮਨੁੱਖਾ ਜਨਮ ਜਿਹੜਾ ਹੈ ਇਹ ਪਿਛਲਿਆਂ ਕੀਤਿਆਂ ਹੋਇਆਂ ਪੁੰਨਾਂ ਕਰਕੇ ਬੰਦਿਆ ਤੈਨੂੰ ਮਿਲਿਆ ਹੈ। ਪਰ ਜਨਮ ਤੇ ਤੈਨੂੰ ਮਿਲ ਗਿਆ ਬਿਰਥਾ ਜਾਤ ਅਬਵੇਕੈ। ਇਹ ਜਿਹੜਾ ਜਨਮ ਤੇਰਾ ਬਿਰਥ ਜਾ ਰਿਹਾ। ਕਿਵੇਂ ਜਾ ਰਿਹਾ? ਕਿਉਂਕਿ ਤੂੰ ਵਿਚਾਰ ਤੋਂ ਹੀਣਾ ਹੈ, ਸਮਝ ਤੋਂ ਹੀਣਾ ਹੈ, ਗਿਆਨ ਤੋਂ ਖਾਲੀ ਹੈ। ਗਿਆਨ ਦੇ ਨਾਲ ਜਿਸ ਵਾਸਤੇ ਜਨਮ ਮਿਲਿਆ ਉਹ ਕਮਾਈ ਨਹੀਂ ਕੀਤੀ। ਇੰਨਾ ਦੁਰਲੱਭ ਜਨਮ ਬੰਦਿਆ ਤੇਰਾ ਬਿਰਥ ਤੁਰਿਆ ਜਾ ਰਿਹਾ, ਇਹ ਤੇਰੇ ਕੰਮ ਨਹੀਂ ਆ ਰਿਹਾ। ਹੁਣ ਜਿੰਨੇ ਆਪਾਂ ਗੁਣ ਸਰਵਣ ਕੀਤੇ ਮਨੁੱਖਾ ਜਨਮ ਦੇ, ਜੇ ਫਿਰ ਵੀ ਨਾ ਕਮਾਈ ਕਰ ਸਕੇ ਨਾ, ਜੀਵਨ ਸਫਲਾ ਨਾ ਕਰ ਸਕੇ ਜਾਂ ਕਰਨ ਦਾ ਯਤਨ ਨਾ ਕੀਤਾ, ਤੇ ਫਿਰ ਇਸ ਤੋਂ ਅੱਗੇ ਨਾ ਕੁਝ ਕਿਹਾ ਜਾ ਸਕਦਾ, ਨਾ ਕੁਝ ਕੀਤਾ ਜਾ ਸਕਦਾ। ਭਗਤ ਰਵਿਦਾਸ ਜੀ ਬਚਨ ਕਰਦੇ, ਕਹਿਣ ਲੱਗੇ ਗੁਰਮੁਖਾ ਦੁਰਲੱਭ ਜਨਮ ਪੁੰਨ ਫਲ ਪਾਇਓ। ਪਿਛਲੇ ਕੀਤੇ ਪੁੰਨਾਂ ਕਰਕੇ ਮਨੁੱਖਾ ਜਨਮ ਮਿਲਿਆ, ਪਰ ਮਨੁੱਖਾ ਜਨਮ ਦੇ ਵਿੱਚ ਆ ਕੇ ਵੀ ਵਿਵੇਕ ਤੋਂ ਹੀਣਾ ਹੋ ਗਿਆ, ਗਿਆਨ ਤੋਂ ਹੀਣਾ ਹੋ ਗਿਆ, ਵਿਚਾਰ ਤੋਂ ਬਿਨਾਂ ਸਖਣਾ ਹੋ ਗਿਆ। ਪਤਾ ਹੀ ਨਹੀਂ ਮੈਂ ਦੁਨੀਆ 'ਤੇ ਆਇਆ ਕਾਹਦੇ ਵਾਸਤੇ। ਅਸੀਂ ਤੇ ਦੁਨੀਆ 'ਤੇ ਆਏ ਹਾਂ ਸਰੀਰ ਨੂੰ ਤਗੜਾ ਕਰਨ ਵਾਸਤੇ, ਮਾਇਆ ਕਮਾਉਣ ਵਾਸਤੇ,
ਦੁਨੀਆ ਵਿੱਚ ਨਾਮ ਬਣਾਉਣ ਵਾਸਤੇ ਬਸ ਇੰਨੀ ਕੁ ਸਾਨੂੰ ਸਮਝ ਹੈ, ਪਰ ਅਸਲ ਵਿੱਚ ਜਨਮ ਕਾਹਦੇ ਲਈ ਮਿਲਿਆ ਇਹਦਾ ਸਾਨੂੰ ਪਤਾ ਨਹੀਂ। ਇਸ ਕਰਕੇ ਵਿਚਾਰ ਤੋਂ ਬਿਨਾਂ ਹੋਣ ਕਰਕੇ ਤੇਰਾ ਜਨਮ ਵਿਅਰਥ ਤੁਰਿਆ ਜਾ ਰਿਹਾ ਹੈ, ਨਿਸਫਲ ਜਾਂਦਾ ਪਿਆ ਹੈ। ਰਾਜੇ ਇੰਦਰ ਸਮਸਰ ਗ੍ਰਹਿ ਆਸਨ। ਸਾਡੇ ਮਨ ਦੀ ਇੱਛਾ ਹੁੰਦੀ ਹੈ ਮੇਰਾ ਘਰ ਫਲਾਣੇ ਰਿਸ਼ਤੇਦਾਰ ਵਰਗਾ ਬਣ ਜਾਵੇ। ਹੁਣ ਆਪਣੀਆਂ ਰਿਸ਼ਤੇਦਾਰੀਆਂ ਕੁਝ ਅਮੀਰ ਹੁੰਦੇ, ਕੁਝ ਗਰੀਬ ਹੁੰਦੇ। ਅਮੀਰ ਨੇ ਚੰਗਾ ਵੱਡਾ ਘਰ ਬਣਾ ਲਿਆ। ਸਾਡੀ ਇੱਛਾ ਹੁੰਦੀ ਹੈ ਵੀ ਫਲਾਣੇ ਰਿਸ਼ਤੇਦਾਰ ਵਰਗਾ ਘਰ ਬਣੇ, ਉਹਦੇ ਵਰਗਾ ਮੇਰਾ ਬੈੱਡ ਬਣੇ, ਜਾਂ ਮੇਰੇ ਕੋਈ ਯਾਰ ਦੋਸਤ ਅਮੀਰ ਨੇ ਉਹਨਾਂ ਵਰਗਾ, ਉਹਨਾਂ ਦੇ ਬਰਾਬਰ ਮੈਂ ਹੋ ਜਾਵਾਂ। ਕੀ ਕਰਾਂ? ਦਿਨੇ ਰਾਤ ਭੱਜਦਾ ਨੱਠਦਾ, ਕਮਾਈ ਕਰਦਾ, ਮਿਹਨਤ ਮੁਸ਼ੱਕਤ ਕਰਦਾ। ਮੈਂ ਗੁਆਂਢੀ ਦੇ ਬਰਾਬਰ ਹੋਣਾ, ਰਿਸ਼ਤੇਦਾਰ ਦੇ ਬਰਾਬਰ ਹੋਣਾ ਹੈ। ਅਤੇ ਕਈ ਲੋਕ ਮਾੜਾ ਰਸਤਾ ਵੀ ਅਪਣਾ ਲੈਂਦੇ, ਮਾੜੇ ਕਰਮ ਕਰਕੇ, ਅਤੇ ਉਹਨਾਂ ਵਿੱਚੋਂ ਪੈਸਾ ਕਮਾ ਕੇ ਅਮੀਰ ਹੋਣਾ ਚਾਹੁੰਦੇ। ਭਗਤ ਰਵਿਦਾਸ ਜੀ ਘਰ ਦੇ ਵਿੱਚ ਬੜੇ ਗਰੀਬ ਨੇ, ਜੁੱਤੀ ਗੰਢਦੇ ਨੇ ਅਤੇ ਟਕਾ ਪੈਸਾ ਮਿਲਦਾ ਅਤੇ ਗੁਜ਼ਾਰਾ ਕਰਦੇ। ਪਰ ਉਹਨਾਂ ਨੇ ਬਚਨ ਲਿਖਿਆ, ਕਹਿਣ ਲੱਗੇ ਤੂੰ ਗੁਆਂਢੀ ਨੂੰ ਛੱਡ, ਰਿਸ਼ਤੇਦਾਰ ਨੂੰ ਛੱਡ, ਕਿੰਨਾ ਕੁ ਅਮੀਰ ਹੋਵੇਗਾ। ਜੇ ਕਿਤੇ ਪ੍ਰਮਾਤਮਾ ਤੈਨੂੰ ਰਾਜੇ ਇੰਦਰ ਦੇ ਬਰਾਬਰ ਵੀ ਕਰ ਦੇਵੇ ਨਾ, ਰਾਜਾ ਇੰਦਰ ਸਵਰਗਾਂ ਦਾ ਰਾਜਾ, ਆ ਦੁਨੀਆ ਦੇ ਰਾਜਿਆਂ ਦੀ ਗੱਲ ਨਹੀਂ ਹੈ। ਰਾਜੇ ਇੰਦਰ ਸਮਸਰ, ਰਾਜੇ ਇੰਦਰ ਦੇ ਬਰਾਬਰ ਤੇਰਾ ਗ੍ਰਹਿ ਕਹੀਏ ਘਰ ਬਣ ਜਾਵੇ। ਹੁਣ ਉਹ ਸਵਰਗਾਂ 'ਚ ਰਹਿੰਦਾ, ਰੱਬ ਤੈਨੂੰ ਇੱਥੇ ਸਵਰਗ ਦੇ ਦੇਵੇ, ਜਾਂ ਤੈਨੂੰ ਸਵਰਗਾਂ ਦਾ ਰਾਜ ਹੀ ਦੇ ਦੇਵੇ। ਰਾਜੇ ਇੰਦਰ ਵਰਗਾ ਬਣ ਜਾਵੇ ਘਰ। ਅਤੇ ਆਸਣ ਤੋਂ ਭਾਵ ਹੁੰਦਾ ਬੈਠਣ ਵਾਲੀ ਜਗ੍ਹਾ, ਜਿੱਥੇ ਬੈਠ ਕੇ ਵਿਚਾਰ ਕਰਨੇ, ਮਿਲਣਾ ਗਿਲਣਾ, ਕੰਮਕਾਰ ਕਰਨੇ। ਪਰਮਾਤਮਾ ਤੈਨੂੰ ਉਹ ਵੀ ਦੇ ਦੇਵੇ। ਜਿਵੇਂ ਦੇ ਆਸਣ 'ਤੇ ਇੰਦਰ ਬੈਠਦਾ, ਸੋਨੇ ਦੀ ਕੁਰਸੀ 'ਤੇ ਹੀਰੇ ਮੋਤੀ ਲੱਗੇ ਹੋਏ, ਉਹਦਾ ਹੁਕਮ ਸਾਰੇ ਦੇਵਤੇ ਮੰਨਦੇ ਪਏ, ਪੂਰੇ ਬ੍ਰਹਿਮੰਡ ਦੇ ਵਿੱਚ ਉਹਦਾ ਹੁਕਮ ਚੱਲਦਾ ਪਿਆ। ਮੰਨ ਲਓ ਪਰਮਾਤਮਾ ਤੈਨੂੰ ਇੰਨੀ ਵੱਡੀ ਤਾਕਤ ਦੇ ਦੇਵੇ, ਤੇਰਾ ਆਸਣ, ਤੇਰਾ ਅਹੁਦਾ, ਤੇਰਾ ਮਰਾਤਬਾ, ਤੇਰੀ ਕੁਰਸੀ ਇੰਦਰ ਵਰਗੀ ਵੱਡੀ ਹੋ ਜਾਵੇ, ਅਤੇ ਤੇਰੇ ਘਰ ਵਿੱਚ ਅਮੀਰੀ ਇੰਨੀ ਹੋਵੇ ਵੀ ਇੰਦਰ ਵਰਗੇ 68 ਤੇਰੇ ਕੋਲ ਆ ਜਾਣ। ਜੇ ਤੈਨੂੰ ਇਹ ਵੀ ਚੀਜ਼ਾਂ ਮਿਲ ਜਾਣ ਤੇ ਮਹਾਰਾਜ ਫਰਮਾਉਂਦੇ ਹਨ, ਬਿਨ ਹਰ ਭਗਤ ਕਹੋ ਕਿਹ ਲੇਖੇ। ਪਰ ਜੇ ਭਗਤੀ ਨਹੀਂ ਨਾ ਕਰਦਾ, ਨਾਮ ਨਹੀਂ ਨਾ ਜਪਦਾ, ਪਾਠ ਨਹੀਂ ਕਰਦਾ, ਤੇ ਕਿਹੇ ਲੇਖੇ, ਕਿਸੇ ਲੇਖੇ ਵਿੱਚ ਨਹੀਂ ਆਇਆ। ਨਾ ਤੂੰ ਆਇਆ, ਨਾ ਤੇਰਾ ਰਾਜ ਆਇਆ। ਰੱਬ ਥੋੜ੍ਹੀ ਜਿਹੀ ਮਾਇਆ ਦਾ ਕਿਣਕਾ ਕਿਤੇ ਵਰਤਾ ਦਿੰਦਾ ਨਾ, ਥੋੜ੍ਹੇ ਜਿਹੇ ਪਦਾਰਥ ਦੇ ਦਿੰਦਾ, ਥੋੜ੍ਹੇ ਜਿਹੇ ਸੁੱਖ ਤੈਨੂੰ ਸਾਨੂੰ ਦੇ ਦਿੰਦਾ, ਸਾਡੇ ਕੋਲੋਂ ਅੰਮ੍ਰਿਤ ਵੇਲਾ ਵੀ ਛੁੱਟ ਜਾਂਦਾ ਹੈ, ਨਾਮ ਬਾਣੀ ਛੁੱਟ ਜਾਂਦਾ, ਗੁਰੂ ਦੀ ਰਹਿਤ ਮਰਿਆਦਾ ਸਭ ਛੁੱਟ ਜਾਂਦੀ। ਫਿਰ ਅਸੀਂ ਆਪੋ ਆਪ ਹੋ ਜਾਂਦੇ ਆਪਣੀ ਮਰਜ਼ੀ ਦੇ ਮਾਲਕ। ਨਿੱਕਾ ਜਿਹਾ ਕਿਣਕਾ ਪ੍ਰਮਾਤਮਾ ਨੇ ਮਾਇਆ ਦਾ ਵਰਤਾਇਆ ਸਾਡੇ ਵੱਲ, ਥੋੜ੍ਹਾ ਜਿਹਾ ਪਦਾਰਥ ਦਿੱਤਾ, ਅਮੀਰੀ ਦੇ ਦਿੱਤੀ, ਫਿਰ ਅੰਮ੍ਰਿਤ ਵੇਲਾ ਛੁੱਟ ਗਿਆ, ਨਾਮ ਬਾਣੀ ਛੁੱਟ ਗਈ ਹੈ, ਭਰੋਸਾ ਛੁੱਟ ਗਿਆ, ਅਤੇ ਫਿਰ ਆਪਣੀ ਮਰਜ਼ੀ ਦਾ ਮਾਲਕ ਬਣ ਗਿਆ। ਭਗਤ ਰਵਿਦਾਸ ਜੀ ਕਿੱਡਾ ਵੱਡਾ ਬਚਨ ਕਰਦੇ, ਕਹਿਣ ਲੱਗੇ ਉਹ ਬੰਦਿਆ, ਪਰਮਾਤਮਾ ਤੈਨੂੰ ਇੰਦਰ ਵਰਗੀ ਪਦਵੀ ਦੇ ਦੇਵੇ, ਇੰਦਰ ਵਰਗੀਆਂ ਤਾਕਤਾਂ ਦੇ ਦੇਵੇ, ਇੰਦਰ ਰਾਜੇ ਵਰਗੇ ਤੈਨੂੰ ਪਦਾਰਥ ਦੇ ਦੇਵੇ, ਪਰ ਜੇ ਫਿਰ ਵੀ ਇੰਨਾ ਕੁਝ ਲੈਣ ਤੋਂ ਮਗਰੋਂ ਜੇ ਤੂੰ ਨਾਮ ਨਹੀਂ ਨਾ ਜਪ ਸਕਿਆ, ਬਿਨ ਹਰ ਭਗਤ, ਰੱਬ ਦੀ ਭਗਤੀ ਨਹੀਂ ਕੀਤੀ, ਪਾਠ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਤੇ ਕਹੋ ਕਿਆ ਲੇਖਾ, ਇਹ ਸਭ ਕੁਝ ਤੇਰਾ ਦੱਸ ਕਿਹੜੇ ਲੇਖੇ ਵਿੱਚ ਆਇਆ, ਕਿਹੜੇ ਕੰਮ ਆਇਆ? ਕਿਸੇ ਕੰਮ ਨਹੀਂ ਆਇਆ। ਇੰਦਰ ਨੇ ਵੀ ਮਰਨਾ ਹੈ, ਆਪਣੀ ਪਦਵੀ ਛੱਡ ਕੇ ਉਹਨੂੰ ਵੀ ਜਾਣਾ ਪੈਣਾ। ਜਮਾਂ ਦੇ ਕੋਲ ਜਾ ਕੇ ਲੇਖਾ ਉਹਦਾ ਵੀ ਹੋਣਾ ਹੈ, ਅਤੇ ਲੇਖਾ ਤੇਰਾ ਵੀ ਹੋਣਾ ਹੈ। ਐਡੀ ਵੱਡੀ ਪਦਵੀ ਤੇਰੇ ਕੰਮ ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਤੂੰ ਪਰਮਾਤਮਾ ਦੇ ਨਾਮ ਨੂੰ ਜਪਿਆ ਹੀ ਨਹੀਂ। ਬਿਨ ਹਰ ਭਗਤ, ਰੱਬ ਦੀ ਭਗਤੀ ਤੋਂ ਬਿਨਾਂ ਹੋ ਗਿਆ, ਖਾਲੀ ਹੋ ਗਿਆ, ਸਖਣਾ ਹੋ ਗਿਆ। ਇਸ ਕਰਕੇ ਏਡੀ ਵੱਡੀ ਪਦਵੀ 'ਤੇ ਬੈਠਣ ਦੇ ਬਾਵਜੂਦ ਵੀ ਤੂੰ ਕਿਸੇ ਲੇਖੇ, ਕਿਸੇ ਕੰਮ ਨਹੀਂ ਆਇਆ ਹੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਜਿਹੜਾ ਰਾਮ ਹੈ ਨਾ, ਪਰਮਾਤਮਾ ਰਾਜਾ ਕਹੀਏ, ਪ੍ਰਕਾਸ਼ ਰੂਪ, ਉਹਦੇ ਨਾਮ ਦਾ ਰਸ ਤੇ ਤੂੰ ਕਦੇ ਲਿਆ ਹੀ ਨਹੀਂ ਨਾ। ਅੰਮ੍ਰਿਤ ਵੇਲੇ ਉੱਠ ਕੇ ਕਦੇ ਧਿਆਨ ਜੋੜ ਕੇ ਜਪਜੀ ਸਾਹਿਬ ਦੇ ਪਾਠ ਨੂੰ ਕਦੇ ਸਵਾਦ ਨਾਲ ਨਹੀਂ ਕੀਤਾ, ਸੁਖਮਨੀ ਸਾਹਿਬ ਦੇ ਪਾਠ ਨੂੰ ਕਦੇ ਰਸ ਨਾਲ ਨਹੀਂ ਕੀਤਾ। ਹੁਜਤਾਂ ਕਰਦਾ ਰਹਿੰਦਾ, ਮਨ ਭੱਜਾ ਫਿਰਦਾ, ਹਰ ਵੇਲੇ ਦਾ ਪੇਚ ਖੇਡਦਾ ਰਹਿੰਦਾ, ਹਰ ਵੇਲੇ ਚਾਤਰੀ ਚਲਾਕੀ ਜਿਹੜੀ ਹੈ ਨਿਤਨੇਮ ਕਰਦਿਆਂ ਵੀ ਸੋਚਦਾ ਰਹਿੰਦਾ ਵੀ ਇਹ ਤੋਂ ਬਾਅਦ ਵਿੱਚ ਮੈਂ ਆਹ ਕੰਮ ਕਰਨਾ ਹੈ। ਮਹਾਰਾਜ ਕਹਿਣ ਲੱਗੇ ਉਹ ਜਿਹੜਾ ਪ੍ਰਕਾਸ਼ ਰੂਪ ਪਰਮਾਤਮਾ ਹੈ, ਉਹਦੇ ਨਾਮ ਨੂੰ ਕਦੇ ਸਵਾਦ ਲੈ ਕੇ ਨਹੀਂ ਜਪਿਆ ਵੀ ਰਸ ਦੇ ਨਾਲ ਜਪਾਂ। ਜੇ ਜਪਦਾ ਵੀ ਹੈ ਤੇ ਭੱਜ ਭੱਜ ਕੇ, ਦੌੜ ਦੌੜ ਕੇ ਜਪਦਾ, ਛੇਤੀ ਨਾਲ ਸਮਾਂ ਪੂਰਾ ਕਰਾਂ। ਇੱਕ ਫਾਇਆ ਵੱਢਣ ਵਾਲੀ ਗੱਲ ਕਰਦਾ ਹੈ। ਇੰਨੀਆਂ ਵੱਡੀਆਂ ਪਦਵੀਆਂ ਹੋਣ ਦੇ ਬਾਵਜੂਦ ਵੀ ਜਿਹੜਾ ਰਾਜਾ ਪ੍ਰਕਾਸ਼ ਸਰੂਪ ਰਾਮ ਹੈ,
ਉਹਦੇ ਨਾਮ ਦਾ ਰਸ ਲਿਆ ਕਰ, ਤੇਰਾ ਭਲਾ ਹੋ ਜਾਏਗਾ। ਜਿਹ ਰਸ ਅਨ ਰਸ ਬਿਸਰ ਜਾਹੀ। ਇਸ ਪਰਮਾਤਮਾ ਦੇ ਨਾਮ ਦੇ ਰਸ ਕਰਕੇ ਤੈਨੂੰ ਦੁਨੀਆ ਦੇ ਰਸ ਭੁੱਲ ਜਾਣਗੇ। ਇਹ ਰਸ ਛੱਡੇ, ਉਹ ਰਸ ਆਵਾ। ਗੁਰਬਾਣੀ ਦਾ ਬਚਨ ਹੈ, ਦੁਨੀਆ ਦੇ ਰਸ ਛੱਡੇਗਾ ਤਾਂ ਪਰਮਾਤਮਾ ਦੇ ਨਾਮ ਦਾ ਰਸ ਆਉਣਾ। ਪਰ ਜੇ ਹੁਣ ਤੂੰ ਦੁਨੀਆ ਦੇ ਰਸ ਲਵੇਂਗਾ, ਬੰਦਗੀ ਕਰੇਗਾ ਨਹੀਂ, ਤੇ ਰੱਬ ਦੇ ਨਾਮ ਦਾ ਰਸ ਕਿੱਥੋਂ ਆਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੇ ਰਸ ਜਿਸ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਲਵੇਂਗਾ, ਅਨ ਰਸ ਬਿਸਰ ਜਾਹੀ। ਹੋਰ ਦੁਨੀਆ ਦੇ ਰਸ ਤੈਨੂੰ ਫਿੱਕੇ ਲੱਗਣਗੇ, ਪਰ ਲੱਗਣਗੇ ਉਦੋਂ ਜਦੋਂ ਨਾਮ ਦਾ ਰਸ ਲਵੇਂਗਾ। ਤੇ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਨਾ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਇਹ ਜਿਨ੍ਹਾਂ ਨੂੰ ਰਸ ਆਇਆ ਹੈ ਉਹਨਾਂ ਦੇ ਬਚਨ ਹਨ। ਰਹਾਓ ਜਾਨ ਜਾਨ ਭੈ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਭਗਤ ਜੀ ਕਹਿਣ ਲੱਗੇ, ਜਾਨ ਸਾਨੂੰ ਪਤਾ ਸਭ ਕੁਝ ਹੈ, ਗਿਆਨ ਹੈ। ਮੈਂ ਇੰਨੇ ਸਾਲਾਂ ਦਾ ਹੋ ਗਿਆ, ਇੰਨੇ ਸਾਲਾਂ 'ਚ ਮੈਂ ਚੰਗਾ ਕੰਮ ਕੋਈ ਨਹੀਂ ਕੀਤਾ। ਹਰੇਕ ਬੰਦੇ ਨੂੰ ਪਤਾ ਹੁੰਦਾ। ਦੁਨੀਆ ਨੂੰ ਭਾਵੇਂ ਬੜਾ ਉਹ ਸੋਨੇ ਦਾ ਬਣ ਕੇ ਵਿਖਾਵੇ ਵੀ ਮੈਂ ਬੜਾ ਚੰਗਾ ਤੇ ਪਰਉਪਕਾਰੀ, ਪਰ ਆਪਣੇ ਆਪ ਨੂੰ ਪਤਾ ਹੁੰਦਾ ਮੇਰੀਆਂ ਕਰਤੂਤਾਂ ਕੀ ਨੇ। ਤੇ ਬਹੁਤੀਆਂ ਮਾੜੀਆਂ ਹੁੰਦੀਆਂ, ਚੰਗੀਆਂ ਤੇ ਘੱਟ ਹੁੰਦੀਆਂ। ਜਾਣਦਾ ਸਾਰਾ ਕੁਝ ਹੈ, ਜਾਣਦਿਆਂ ਹੋਇਆਂ ਅਜਾਨ ਬਣ ਕੇ ਰਹਿੰਦਾ। ਅਣਜਾਣ ਵੀ ਮੈਨੂੰ ਤੇ ਪਤਾ ਹੀ ਨਹੀਂ ਹੈ ਕਿਸੇ ਗੱਲ। ਜਾਣ ਅਜਾਨ, ਜਾਣਦਿਆਂ ਹੋਇਆਂ ਮੇਰੀ ਉਮਰਾਂ ਘਟਦੀ ਜਾ ਰਹੀ ਹੈ। ਅੱਜ ਮੈਂ 50 ਸਾਲਾਂ ਦਾ ਹੋ ਗਿਆ। ਮੰਨ ਲਓ ਰੱਬ ਨੇ 100 ਸਾਲ ਦੀ ਦਿੱਤੀ ਹੈ ਤੇ ਮੇਰੀ 50 ਘਟ ਗਈ ਹੈ। ਜਾਣਦਾ ਪਿਆ ਮੇਰੇ ਕੋਲ 50 ਹੀ ਰਹਿ ਗਈ ਹੈ। ਆਹ ਮੈਂ ਕੰਮ ਕਰਦਾ ਪਿਆ, ਕੰਮ ਪਾਪ ਦਾ ਹੈ, ਇਹਦਾ ਮੈਨੂੰ ਫਲ ਮਿਲੇਗਾ, ਇਹ ਵੀ ਜਾਣਦਾ। ਜਾਣਦਿਆਂ ਹੋਇਆਂ ਵੀ ਅਜਾਨ ਬਣ ਕੇ ਰਹਿੰਦਾ। ਅਣਜਾਣ ਵੀ ਮੈਨੂੰ ਤੇ ਪਤਾ ਹੀ ਨਹੀਂ ਹੈ। ਭਾਵ ਇਹ ਆ ਵੀ ਵੇਖਦਾ ਸਭ ਕੁਝ ਪਿਆ, ਵਿਚਾਰਦਾ ਪਿਆ, ਸੋਝੀ ਹੈ, ਪਰ ਜਾਣ ਬੁੱਝ ਕੇ ਅੱਖਾਂ ਮੀਟਣ ਵਾਲੀ ਗੱਲ ਹੈ ਵੀ ਮੈਨੂੰ ਤੇ ਪਤਾ ਹੀ ਨਹੀਂ ਹੈ। ਜਾਨ ਅਜਾਨ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ, ਭੈ ਹਮ ਬਾਵਰ। ਬਾਵਰ ਤੋਂ ਭਾਵ ਝੱਲੇ ਹੋ ਰਹੇ ਹਾਂ, ਸਭ ਕੁਝ ਪਤਾ ਹੈ, ਜਾਣ ਬੁੱਝ ਕੇ ਝੱਲਿਆਂ ਵਾਲੀਆਂ ਗੱਲਾਂ। ਤੇ ਸੋਚ ਅਸੋਚ ਲੱਗੇ ਹੋਏ ਆ ਕਾਹਦੇ ਵਿੱਚ? ਈਰਖਾ ਦੇ ਵਿੱਚ, ਮੋਹ ਦੇ ਵਿੱਚ, ਇਹਨਾਂ ਵਿੱਚ ਲੱਗੇ ਹੋਏ। ਰਾਗ ਤੇ ਦਵੈਸ਼ ਵਿੱਚ ਲੱਗ ਗਏ। ਰਾਗ ਨਾਮ ਮੋਹ ਦਾ, ਦਵੈਸ਼ ਨਾਮ ਈਰਖਾ ਦਾ। ਹਰਖ ਤੇ ਸੋਗ ਦੇ ਵਿੱਚ ਲੱਗ ਗਏ। ਪਦਾਰਥ ਆ ਗਿਆ ਖੁਸ਼ੀ ਹੈ, ਚਲਾ ਗਿਆ ਗਮ। ਪਤਾ ਸਾਰਾ ਕੁਝ ਹੀ ਹੈ, ਪਰ ਲੱਗਾ ਇਹਨਾਂ ਦੇ ਵਿੱਚ ਹੋਇਆ ਹੈ। ਇੰਦਰੀ ਸੰਭਾਲ ਨਿਬਲ ਵਿਵੇਕ ਬੁੱਧ। ਸੋਚ ਅਸੋਚ ਦਿਵਸ ਜਾਹੀ। ਇਹਨਾਂ ਗੱਲਾਂ ਵਿੱਚ ਉਮਰਾਂ ਤੁਰੀ ਜਾਂਦੀ ਹੈ। ਜਿੰਨੀ ਵੀ ਉਮਰਾਂ ਲਿਖਾ ਕੇ ਲਿਆਇਆ ਹੈ, ਇਹਨਾਂ ਕੰਮਾਂ ਦੇ ਵਿੱਚ ਇਹਦੀ ਉਮਰਾਂ ਵਿਅਰਥ ਜਾ ਰਹੀ ਹੈ। ਜਾਣਦਿਆਂ ਹੋਇਆਂ ਅਣਜਾਣ ਬਣਿਆ ਹੋਇਆ। ਖੁਸ਼ੀ ਤੇ ਗਮੀ ਦੇ ਵਿੱਚ, ਈਰਖਾ ਦੇ ਮੋਹ ਦੇ ਵਿੱਚ ਲੱਗ ਕੇ ਸਾਰੀ ਉਮਰਾਂ ਇਸ ਦੀ ਜਿਹੜੀ ਹੈ, ਸਾਰੇ ਦਿਨ ਜ਼ਿੰਦਗੀ ਦੇ ਖਤਮ ਹੁੰਦੇ ਜਾਂਦੇ ਹਨ। ਇੰਦਰੀ ਸਬਲ ਨਿਬਲ ਵਿਵੇਕ ਬੁੱਧ। ਕਹਿਣ ਲੱਗੇ ਇੰਦਰੀ ਸਬਲ, ਜਿਹੜੀ ਇੰਦਰੀ ਹੈ ਨਾ, ਤੇਰੀਆਂ ਅੱਖਾਂ, ਹੱਥ, ਪੈਰ, ਲੱਤਾਂ, ਬਾਹਾਂ, ਜੋ ਵੀ ਸਰੀਰ ਦੇ ਅੰਗ ਨੇ, ਇਹ ਵਿਕਾਰਾਂ ਦਾ ਰਸ ਲੈਣ ਵਾਸਤੇ ਤਾਕਤ ਵਾਲੇ ਹੁੰਦੇ ਜਾਂਦੇ। ਇੰਦਰੀਆਂ ਦੀ ਤਾਕਤ ਵੱਧਦੀ ਜਾਂਦੀ ਹੈ। ਕਾਮ ਵਾਲੇ ਪਾਸੇ, ਕ੍ਰੋਧ ਵਾਲੇ ਪਾਸੇ, ਲੋਭ ਵਾਲੇ ਪਾਸੇ, ਮੋਹ ਵਾਲੇ ਪਾਸੇ ਤੇ ਹੰਕਾਰ ਵਾਲੇ ਪਾਸੇ ਤੇਰੇ ਸਰੀਰ ਦੀ ਤਾਕਤ ਵੱਧਦੀ ਪਈ ਹੈ। ਪਰ ਗੁਰਮੁਖਾ ਦੂਜੇ ਪਾਸੇ ਨਿਬਲ ਵਿਵੇਕ ਬੁੱਧ, ਗਿਆਨ ਵਾਲੀ ਬੁੱਧੀ ਵੱਲੋਂ ਤੂੰ ਕਮਜ਼ੋਰ ਹੁੰਦਾ ਜਾਂਦਾ। ਗਿਆਨ ਵਾਲੇ ਪਾਸੇ ਹੁੰਦਾ ਜਾਂਦਾ ਕਮਜ਼ੋਰ, ਵਕਾਰ ਵਾਲੇ ਪਾਸੇ ਹੁੰਦਾ ਜਾਂਦਾ ਤਾਕਤ ਵਾਲਾ। ਇਹ ਤੇਰੀ ਹਾਲਤ ਬਣੀ ਹੋਈ ਹੈ। ਪਰਮਾਰਥ ਪ੍ਰਵੇਸ਼ ਨਹੀਂ। ਪਰ ਪਰਮਾਰਥ ਵਿੱਚ, ਪਰਮਅਰਥ ਜਿਹੜਾ ਪਰਮਾਤਮਾ ਹੈ, ਚੰਗੀ ਸੋਚ ਹੈ, ਚੰਗੀ ਵਿਚਾਰ ਹੈ, ਉਹਦੇ ਵਿੱਚ ਤੇ ਤੇਰਾ ਪ੍ਰਵੇਸ਼ ਹਾਲੇ ਹੋਇਆ ਹੀ ਨਹੀਂ। ਉਸ ਪਾਸੇ ਤੇ ਤੁਰਿਆ ਨਹੀਂ ਹੈ। ਕਈਅਤ ਆਨ ਅਚਰਿਅਤ ਅਨਕਛ। ਮਹਾਰਾਜ ਕਹਿਣ ਲੱਗੇ, ਕਹਿੰਦਾ ਕੁਝ ਹੋਰ ਹੈ। ਹਰੇਕ ਬੰਦੇ ਦੀ ਇਹ ਫਿਤਰਤ ਹੈ। ਜ਼ੁਬਾਨ ਤੇ ਕੁਝ ਹੋਰ ਚੱਲਦਾ ਪਿਆ, ਦਿਮਾਗ ਵਿੱਚ ਕੁਝ ਹੋਰ ਚੱਲਦਾ ਪਿਆ। ਹਰੇਕ ਬੰਦੇ ਦੀ ਇਹ ਜੀਵਨੀ ਬਣ ਗਈ ਹੈ। ਕਲਯੁਗ ਦਾ ਝੂਠ ਦਾ ਪਸਾਰਾ ਹੀ ਇੰਨਾ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਬਾਬਾ ਫਰੀਦ ਸਾਹਿਬ ਦੇ ਬਚਨ ਇੱਥੇ ਭਗਤ ਰਵਿਦਾਸ ਜੀ ਕਹਿ ਰਹੇ, ਕਹਿਣ ਲੱਗੇ ਕਹੀਅਤ ਆਨ, ਕਹਿੰਦਾ ਕੁਝ ਹੋਰ ਹੈ। ਤੇ ਉਸ ਤੋਂ ਬਾਅਦ ਵਿੱਚ ਅਚਰੀਅਤ ਅਨ ਮਤ, ਮਨ ਦੇ ਵਿੱਚ ਕੁਝ ਹੋਰ ਚੱਲਦਾ ਪਿਆ। ਰਹਿਤ ਅਵਰ ਕਛ ਅਵਰ ਕਮਾਵਤ ਮਾਨੀ ਪ੍ਰੀਤ, ਮੁਖੋਂ ਗੰਢ ਲਾਵਤ। ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ।
ਇਸ ਕਰਕੇ ਸਮਝ ਨਾ ਪਰੈ ਅਪਰ ਮਾਇਆ। ਐ ਪਰਮਾਤਮਾ ਤੇਰੀ ਮਾਇਆ ਬੜੀ ਤਾਕਤ ਵਾਲੀ ਹੈ, ਇਹਨੇ ਐਸਾ ਜ਼ੋਰ ਪਾਇਆ ਕਿ ਸਾਨੂੰ ਸਮਝ ਹੀ ਨਹੀਂ ਪੈਂਦੀ ਪਈ ਵੀ ਕੀ ਬਣਦਾ ਪਿਆ ਹੈ। ਕਹਿ ਰਵਿਦਾਸ ਉਦਾਸ ਦਾਸ ਮਤ। ਭਗਤ ਰਵਿਦਾਸ ਜੀ ਕਹਿਣ ਲੱਗੇ ਮੈਂ ਆਪ ਜੀ ਦੇ ਘਰ ਦਾ ਦਾਸ ਹਾਂ, ਮੈਂ ਉਦਾਸ ਹੋ ਗਿਆ ਤੇਰੀ ਐਸੀ ਮਾਇਆ ਦੀ ਸ਼ਕਤੀ ਵੇਖ ਕੇ, ਤਾਕਤ ਵੇਖ ਕੇ, ਆਪਣਾ ਜੀਵਨ ਵੇਖ ਕੇ ਵੀ ਪਰਮਾਤਮਾ ਤੇਰੇ ਵੱਲੋਂ ਅਸੀਂ ਕਮਜ਼ੋਰ ਹੁੰਦੇ ਜਾ ਰਹੇ, ਦੁਨੀਆ ਵੱਲ ਵਿਕਾਰਾਂ ਵੱਲ ਅਸੀਂ ਤਕੜੇ ਹੁੰਦੇ ਜਾ ਰਹੇ। ਇਸ ਤਰ੍ਹਾਂ ਵੇਖ ਕੇ ਮੈਂ ਤੇ ਉਦਾਸ ਹੋ ਗਿਆ, ਦੁਖੀ ਹੋ ਗਿਆ ਹਾਂ। ਪਰ ਹਰ ਕੋਪ ਕਰੋ ਜੀ ਦਇਆ। ਸਾਡੇ ਤੇ ਇਹ ਕੋਪ ਗੁੱਸਾ ਛੱਡ ਦਿਓ, ਕਿਉਂਕਿ ਸਾਡੇ ਤੇ ਗੁੱਸੇ ਨਾ ਹੋ। ਗੋਬਿੰਦ ਹਮ ਐਸੇ ਅਪਰਾਧੀ, ਅਸੀਂ ਤੇ ਮੰਨਦੇ ਪਏ ਹਾਂ ਗੁਨਾਹ ਕਰਕੇ, ਤੇ ਗੁਨਾਹ ਕਰਨ ਤੋਂ ਪਹਿਲਾਂ ਵੀ ਮੰਨਦੇ ਪਏ। ਇਹ ਭਗਤਾਂ ਨੇ ਮੰਨਿਆ। ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ। ਸਾਡੇ ਤੇ ਗੁੱਸੇ ਨਾ ਹੋ, ਕਿਉਂਕਿ ਸਾਡੀਆਂ ਤੇ ਕਰਤੂਤਾਂ ਹੀ ਇਹੋ ਜਿਹੀਆਂ। ਇਸ ਕਰਕੇ ਕਰੋ ਜੀ ਦਇਆ, ਸਾਨੂੰ ਆਪਣਾ ਜੀ ਜਾਣ ਕੇ ਸਾਡੇ ਤੇ ਦਇਆ ਕਰੋ, ਸਾਡੇ ਤੇ ਮਿਹਰ ਕਰੋ, ਸਾਡਾ ਇਹ ਜਨਮ ਸਫਲਾ ਹੋ ਜਾਵੇ। ਇਹ ਸਾਨੂੰ ਦਾਤ ਬਖਸ਼ਿਸ਼ ਕਰ ਦਿਓ। ਗੁਰੂ ਕਿਰਪਾ ਕਰੇ, ਉਪਦੇਸ਼ ਹਿਰਦੇ ਵਸੇ, ਸਾਡਾ ਭਲਾ ਹੋ ਜਾਵੇ। ਦਿਓ ਸੱਜਣ ਆਸੀਸੜੀਆਂ।